ਸਾਰਿਆਂ ਦੀ ਬਖਸ਼ਿਸ਼ ਵੀ ਵਰਤਾਉਂਦੇ ਆ। ਸੰਗਤ ਜੀ ਵਡਭਾਗੇ ਉਹ ਮੱਸਿਆ ਦੇ ਦਿਹਾੜੇ ਤੇ ਹਾਜ਼ਰੀ ਭਰ ਰਹੇ। ਔਰ ਜਿੱਥੇ ਰਾਗੀ ਸਿੰਘਾਂ ਪਾਸੋਂ ਸੰਪੂਰਨ ਆਸਾ ਦੀ ਵਾਰ ਦੇ ਕੀਰਤਨ ਆਪਾਂ ਨੇ ਸਰਵਣ ਕੀਤੇ ਹੈ, ਉੱਥੇ ਰੋਜ਼ਾਨਾ ਲੜੀਵਾਰ ਸ਼ਬਦ ਦੀ ਵਿਚਾਰ ਸੰਗਤ ਇਹਨਾਂ ਸਥਾਨਾਂ ਤੋਂ ਸਰਵਣ ਕਰਦੀ ਹੈ। ਇਹ ਹੁਣ ਸ਼ਬਦ ਵਿਚਾਰ ਦਾ ਸਮਾਂ ਹੈ ਜੀ। ਅੱਜ ਦਾ ਜੋ ਪਾਵਨ ਸ਼ਬਦ ਹੈ, ਜਿਹਦੀ ਅੱਜ ਦੇ ਦੀਵਾਨਾਂ 'ਚ ਆਪਾਂ ਨੇ ਵਿਚਾਰ ਕਰਨੀ ਹੈ, ਸ਼੍ਰੀ ਰਾਗ ਦੇ ਅੰਦਰੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 74 ਤੇ 75 ਅੰਗ ਤੋਂ ਸੁਭਾਇਮਾਨ ਹੈ। ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਹੋਏ। ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਬੜੇ ਪਿਆਰ ਨਾਲ ਇਕਾਗਰਤਾ ਸਹਿਤ ਹਾਜ਼ਰੀ ਨਿਭਾਉਣ ਦਾ ਯਤਨ ਕਰਦਾ ਹੈ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਨਿਭਾਓ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਰਲ ਮਿਲ ਕੇ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹਲਾ ਪਹਿਲਾ। ਪਹਿਲੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਭਾਈ ਇੱਕ ਹੈ। ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਵਰਤੇ ਕਿ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਪਹਿਲੇ ਮਹਾਰਾਜ ਨੇ ਇਹਦਾ ਸਰਵੇਖ ਪਹਿਲੇ ਰੱਖਿਆ। ਘਰ ਪਹਿਲਾ, ਪਹਿਲੇ ਘਰ 'ਚ ਰਾਗੀ ਸਿੰਘਾਂ ਨੂੰ ਹਦਾਇਤ ਉਗਾਉਣਾ ਹੈ। ਗੁਰਮੁਖੋ ਪਹਿਲੇ ਦਾ ਭਾਵ ਮਹਾਰਾਜ ਨੇ ਜੀਵਨ ਦੇ 4 ਸਟੈਪ ਬਣਾਏ ਹੈ। ਚਲੋ ਜੇ ਕਿਸੇ ਦੀ 100 ਸਾਲ ਦੀ ਉਮਰ ਹੈ ਨਾ, ਤੇ ਮਹਾਰਾਜ ਨੇ 25-25 ਸਾਲ, ਪਰ ਇੱਥੇ ਮਹਾਰਾਜ ਨੇ ਬਚਪਨ ਤੋਂ ਗਰਭ ਤੋਂ ਲੈ ਕੇ ਸਾਡੇ ਸਰੀਰ ਛੱਡਣ ਤੱਕ ਗੱਲ ਕੀਤੀ 4 ਪਹਿਰਿਆਂ ਤੇ। ਜਿਵੇਂ 4 ਪਹਿਰ ਦਿਨ ਹੁੰਦੇ ਤੇ 4 ਪਹਿਰ ਰਾਤ ਹੁੰਦੀ ਹੈ। ਸਾਡਾ ਪਹਿਲਾ ਪਹਿਰ ਵੀ ਜਿਹੜਾ ਹੈ ਉਹ ਬਾਣੀ ਤੋਂ ਸ਼ੁਰੂ ਹੁੰਦਾ ਹੈ ਤੇ ਅਖੀਰ ਤੇ ਸਮਾਪਤੀ ਵੀ ਬਾਣੀ ਤੋਂ ਹੁੰਦੀ ਹੈ। 4 ਪਹਿਰ ਦਿਨ ਹੈ, 4 ਪਹਿਰ ਰਾਤ ਹੈ। ਸਾਨੂੰ ਸਤਿਗੁਰਾਂ ਨੇ ਪਹਿਲੇ ਚਲੋ ਰਹਿਣ ਦੇ ਚੌਥੇ ਪਹਿਰ ਤੋਂ ਹੀ ਮਹਾਰਾਜ ਨੇ ਹੁਕਮ ਕੀਤਾ ਹੈ ਵੀ ਉੱਠ ਕੇ ਜਪਣਾ। ਵੀ ਰਾਤ ਦੇ ਚੌਥੇ ਪਹਿਰ ਸਿੱਖ ਜਿਹੜਾ ਉੱਠ ਪੈਂਦਾ, ਗੁਰ ਸਤਿਗੁਰ ਕਾਜੂ ਸਿੱਖ ਅਖਾਈ ਸੋ ਭਲਕੇ ਉੱਠ ਹਰ ਨਾਮ ਧਿਆਵੈ। ਤੇ ਫਿਰ ਉਹ ਚੜ੍ਹੇ ਦਿਨ ਸ਼ੁਕਰ ਬਾਣੀ ਗਾਵੇਗੀ ਹੈ। ਵੀ ਜੇ ਆਪਣਾ ਸਾਰਾ ਦਿਨ ਤੂੰ 4 ਪਹਿਰ ਸਫਲ ਕਰਨਾ ਚਾਹੁੰਦਾ ਹੈ ਤੇ ਬਾਣੀ ਨਾਲ ਜੁੜ ਕੇ ਸਫਲ ਹੋ ਸਕਦੇ ਆ। ਮਹਾਰਾਜ ਨੇ ਇੱਥੇ ਵੀ ਪਹਿਲਿਆਂ 'ਚ ਗੱਲ ਕੀਤੀ ਵੀ ਤੂੰ ਜ਼ਿੰਦਗੀ ਦੇ 4 ਪਹਿਰ ਸੁਖੀ ਬਤੀਤ ਕਰਨਾ ਚਾਹੁੰਦਾ ਹੈ, ਇਹ ਤੇਰਾ ਜੀਵਨ ਰੂਪੀ ਰਾਤ ਦਾ ਸਮਾਂ ਰੱਬ ਦੇ ਘਰ ਪ੍ਰਵਾਨ ਹੋ ਜਾਵੇ, ਤੈਨੂੰ ਇਹ ਕੁਝ ਕਰਨਾ ਪਏਗਾ ਜੋ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਜਾਂ ਸਤਿਗੁਰਾਂ ਨੇ ਇੱਕ ਸ਼ਬਦ ਦੇ ਅੰਦਰ ਜੀਵਨ ਦੇ 10 ਸਟੈਪ ਤੇ ਗੱਲ ਕੀਤੀ ਹੈ। ਮੰਨ ਲਓ ਜੇ ਕਿਸੇ ਦੀ 100 ਸਾਲ ਉਮਰ ਹੈ ਤੇ ਮਹਾਰਾਜ ਨੇ ਇੱਥੋਂ ਵਿਚਾਰ ਸ਼ੁਰੂ ਕੀਤੀ। ਪਹਿਲੇ ਪਿਆਰ ਲੱਗਾ ਥਣ ਦੁੱਧ। ਸਾਡੀ ਇੱਥੋਂ ਮਹਾਰਾਜ ਨੇ ਇੱਥੋਂ ਤੇ ਚਲੋ ਬੱਚੇ ਦੇ ਜਨਮ ਤੋਂ ਲੈ ਕੇ ਗੱਲ ਕੀਤੀ, ਜਨਮ ਹੋਣ ਤੋਂ ਬਾਅਦ। ਪਰ ਅੱਜ ਦੇ ਬਾਣੀ 'ਚ ਮਹਾਰਾਜ ਨੇ ਜਨਮ ਹੋਣ ਤੋਂ ਪਹਿਲਾਂ ਤੋਂ ਗੱਲ ਸ਼ੁਰੂ ਕੀਤੀ ਕਿ ਹਜੇ ਜਨਮ ਨਹੀਂ ਹੋਇਆ, ਉਸ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ। ਇਹ 10 ਸਟੈਪਾਂ 'ਚ ਮਹਾਰਾਜ ਨੇ ਜਨਮ ਹੋਣ ਤੋਂ ਬਾਅਦ ਵਿਚਾਰ ਸ਼ੁਰੂ ਕੀਤੀ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ। ਵੀ ਪਹਿਲਾਂ ਬਸ ਤੇਰਾ ਦੁੱਧ ਨਾਲ ਹੀ ਪਿਆਰ ਸੀ। ਬੱਚਾ ਨਿੱਕਾ ਜਿਹਾ ਹੁੰਦਾ ਹੈ, ਉਹਨੂੰ ਮਾਂ ਤੋਂ ਦੁੱਧ ਮਿਲਦੇ, ਸਿਰਫ ਮਾਂ ਦੀ ਸੋਧੀ ਹੈ, ਕਿਉਂਕਿ ਦੁੱਧ ਮਾਂ ਤੋਂ ਮਿਲਦਾ ਹੈ। ਉਹ ਜਿੱਧਰ ਮਾਂ ਜਾਂਦੀ ਉੱਧਰ ਵੇਖਦਾ ਰੋਂਦਾ, ਮਾਂ ਦੁੱਧ ਦੇ ਦਿੰਦੀ, ਬਸ ਇੰਨੀ ਕੀ ਉਹਨੂੰ ਸੋਚੀ ਹੈ। ਦੂਜੇ ਮਾਈ ਬਾਪ ਕੀ ਸੁੱਧ। ਜਦੋਂ ਥੋੜ੍ਹਾ ਜਿਹਾ ਇਸ ਤੋਂ ਵੱਡਾ ਹੁੰਦਾ ਫਿਰ ਮਾਂ ਪਿਓ ਦੀ ਵੀ ਸੋਝੀ ਦੇ ਦਿੰਦੀ ਹੈ। ਕਹਿੰਦੀ ਬੇਟਾ ਇਹ ਤੇਰਾ ਪਾਪਾ ਹੈ, ਤੇਰਾ ਬਾਪ ਹੈ, ਤੇਰਾ ਪਿਓ ਹੈ। ਤੀਜੇ ਭਈਆ ਭਾਬੀ ਬੇਬ, ਫਿਰ ਇਹ ਮੇਰਾ ਭਰਾ ਹੈ, ਮੇਰੀ ਭਰਜਾਈ ਹੈ, ਇਹ ਮੇਰੇ ਰਿਸ਼ਤੇਦਾਰ ਨੇ। ਚੌਥੇ ਪਿਆਰ ਉਪੰਨੀ ਖੇਡ। ਚੌਥੀ ਅਵਸਥਾ 'ਚ ਫਿਰ ਖੇਡ ਹੀ ਬੱਚੇ ਨੂੰ ਪਿਆਰੀ ਲੱਗਦੀ ਹੈ। ਆ ਜਦੋਂ 8-10 ਸਾਲ ਦਾ ਬੱਚਾ ਹੁੰਦਾ ਹੈ ਨਾ, ਤੇ ਗੁਰਮੁਖ ਉਹਨੂੰ ਜਿੰਨਾ ਮਰਜ਼ੀ ਉਹਨੂੰ ਉਹ ਮਾਈਆਂ ਆਵਾਜ਼ਾਂ ਮਾਰਦੇ ਰਹੀਆਂ, ਬੇਟਾ ਆਣ ਕੇ ਨਹਾ ਲੈਣਾ ਕਰ, ਰੋਟੀ ਦਾ ਟਾਈਮ ਹੋ ਗਿਆ। ਉਹ ਖੇਡ 'ਚ ਇੰਨਾ ਮਸਤ ਹੋ ਜਾਂਦੇ, ਉਹਨੂੰ ਹੋਰ ਪ੍ਰਸ਼ਾਦੇ ਦੀ ਵੀ ਸੋਚੀ, ਜੋ ਭੁੱਖ ਬਰਦਾਸ਼ਤ ਕਰਦੇ, ਪਰ ਖੇਡ ਉਹਨੂੰ ਫਿਰ ਬੜੀ ਪਿਆਰੀ ਲੱਗਦੀ।
ਮਹਾਰਾਜ ਕਹਿੰਦੇ ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਘਾਤ। ਜਦੋਂ ਬੰਦਾ ਜਵਾਨੀ ਦੇ ਨੇੜੇ ਆਉਂਦਾ ਫਿਰ ਖਾਣ ਪੀਣ 'ਚ ਆਹ ਵੀ ਖਾ ਲਓ ਆਹ ਵੀ। ਹੁਣ ਸਾਡੇ ਬੱਚੇ ਅਸੀਂ ਕਹਿੰਦੇ ਫਾਸਟ ਫੂਡ ਨਹੀਂ ਖਾਣਾ, ਅਸੀਂ ਕਹਿੰਦੇ ਦੁਕਾਨ ਤੋਂ ਨਹੀਂ ਲਿਆ ਕੇ ਖਾਣਾ, ਫਿਰ ਵੀ ਖਾਂਦੇ ਆ। ਉਹ ਪੀਜ਼ੇ ਖਾਂਦੇ, ਉਹ ਬਰਗਰ ਖਾਂਦੇ, ਉਹ ਡਾਕਟਰ ਝੜਕਦੇ ਆ, ਕਹਿੰਦੇ ਨਾ ਭਾਈ, ਉਹ ਰੋਕਦੇ ਆ ਵੀ ਤੁਹਾਡੀਆਂ ਬਿਮਾਰੀਆਂ ਦਾ ਕਾਰਨ, ਫਿਰ ਵੀ ਸਾਡੇ ਤੋਂ ਵੇਰ ਕੇ ਕਹਿੰਦੇ ਨਹੀਂ ਉਹਨਾਂ ਨੂੰ ਚੀਜ਼ ਚੰਗੀ ਲੱਗਦੀ ਹੈ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਛੇਵੀਂ ਅਵਸਥਾ ਤੇ ਆਣ ਕੇ ਮਨੁੱਖ ਜਵਾਨ ਹੋ ਜਾਂਦੇ। ਫਿਰ ਉਹਦੇ ਅੰਦਰ ਕਾਮ ਵਾਸ਼ਨਾ ਜਿਹੜੀ ਪੈਦਾ ਹੋ ਜਾਂਦੀ, ਫਿਰ ਨਾ ਪੁੱਛੇ ਜਾਤ, ਉਹ ਜਵਾਨੀ 'ਚ ਮਸਤ ਹੋਇਆ ਇੱਧਰ ਉੱਧਰ ਫਿਰਦਾ। ਸਤਵੇਂ ਸਾਂਝ ਕੀਆ ਘਰ ਵਾਸ, ਸਤਵੀਂ ਅਵਸਥਾ ਵੀ ਧਨ ਜੋੜਦਾ ਮਨੁੱਖ ਸ਼ੁਰੂ ਕਰ ਦਿੰਦਾ। ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹੈ, ਬੱਚੇ ਆ ਜਾਂਦੇ, ਫਿਰ ਉਹਨੂੰ ਹੁੰਦਾ ਵੀ 4 ਰੁਪਈਏ ਵੀ ਚਾਹੀਦੇ, ਬੱਚਿਆਂ ਦਾ ਖਰਚਾ ਹੈ ਔਰ ਬੱਚਿਆਂ ਨੂੰ ਸਟੈਂਡ ਵੀ ਕਰਨਾ ਹੈ। 8ਵੇਂ ਕ੍ਰੋਧ ਹੋਆ ਤਨ ਨਾ ਸੁਣ, ਬੱਚੇ ਜਵਾਨ ਹੋ ਕੇ ਬੰਦਾ ਆਪ ਕ੍ਰੋਧੀ ਬਣ ਗਿਆ। ਜਿਹਦਾ ਬੱਚਾ ਜਵਾਨ ਹੈ ਤੇ ਬਾਪ ਝਿੜਕਦਾ ਹੀ ਰਹਿੰਦਾ, ਪੁੱਤਰ ਤੂੰ ਆਹ ਨਹੀਂ ਕਰਦਾ, ਆਹ ਨਹੀਂ ਆਖੇ ਲੱਗਦਾ, ਉਹਨੂੰ ਡਾਂਟਦਾ ਹੀ ਰਹਿੰਦਾ ਵੀ ਮੈਂ ਕੀਤਾ, ਮੇਰਾ ਪੁੱਤਰ ਵੀ ਕਦੇ ਜੇ ਉਹ ਨਹੀਂ ਕਰਦਾ ਫਿਰ ਉਹਨੂੰ ਕ੍ਰੋਧਿਤ ਹੁੰਦਾ ਉਹਦੇ ਤੇ, ਉਹਨੂੰ ਡਾਂਟਦਾ ਹੈ। 9ਵੇਂ ਧੌਲੇ ਉੱਭੇ ਸਾਹ, 9ਵੀਂ ਅਵਸਥਾ ਫਿਰ ਸਾਹ ਚੜ੍ਹਦਾ, 14 ਕਦਮ ਤੁਰਦਾ ਹੈ। ਬਜ਼ੁਰਗ ਕਈ ਵਾਰੀ ਸਾਹ ਲੈ ਕੇ ਜਾਂਦੇ, ਗੁਰਦੁਆਰੇ ਵੀ ਉਹਨਾਂ ਨੇ ਆਉਣਾ ਹੁੰਦਾ, ਹੱਥ 'ਚ ਸੋਟਾ ਪਕੜਨਾ ਪੈਂਦਾ, ਉਹ 10 ਕਦਮ ਚੱਲਦੇ ਫਿਰ ਰੁਕ ਜਾਂਦੇ, ਭਾਈ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ, 10 ਕਦਮ ਫਿਰ ਚੱਲਦੇ ਆ, ਫਿਰ ਸੋਟੀ ਦੇ ਆਸਰੇ ਖੜ ਜਾਂਦੇ ਆ। ਦੱਦੇ 10ਵਾਂ ਹੋਆ ਸੁਬਾਹ, 10 ਸਾਲ, ਚਲੋ ਇੱਥੇ ਬਚਪਨ 'ਚ ਥੋੜ੍ਹੀ ਸਮੇਂ ਦੀ ਵੀ ਮਹਾਰਾਜ ਨੇ ਗੱਲ ਕੀਤੀ, ਕਹਿੰਦੇ ਸੁਬਾਹ ਹੋ ਗਿਆ, ਜਪਿਆ ਤੂੰ ਕਿਤੇ ਹੈ ਹੀ ਨਹੀਂ, ਮਹਾਰਾਜ ਨੇ ਕਿਤੇ ਨਾਮ ਦੀ ਗੱਲ ਕੀਤੀ ਜੀਵਨ 'ਚ। ਕਹਿੰਦੇ ਤੂੰ ਖੇਡ 'ਚ ਹੀ ਲੱਗਾ ਰਿਹਾ, ਤੂੰ ਖਾਣ ਪੀਣ 'ਚ ਹੀ ਲੱਗਾ ਰਿਹਾ, ਤੂੰ ਪੈਸੇ ਜੋੜਨ 'ਚ ਲੱਗਾ ਰਿਹਾ, ਤੈਨੂੰ ਸਾਹ ਚੜ੍ਹਨ ਲੱਗ ਪਿਆ, ਤੂੰ ਮੰਜੀ ਤੇ ਪੈ ਗਿਆ, ਖੀਰ ਨੂੰ ਸੁਆਹ ਹੋ ਗਿਆ, ਪਰ ਤੂੰ ਜਪਿਆ ਹੀ ਨਹੀਂ। 12 ਬਰਸ ਬਾਲਪਨ ਬੀਤੇ, 12 ਸਾਲ ਜ਼ਿੰਦਗੀ ਦੇ ਤੇਰੇ ਐਵੇਂ ਲੰਘ ਗਏ, ਬਚਪਨ ਹੈ। 20 ਬਰਸ ਕਛ ਤਾਪਣਾ ਕੀ, ਉਹ 20 ਹੋਰ ਐਵੇਂ ਲੰਘ ਜਾਂਦੇ। 30-32 ਸਾਲ ਤੱਕ ਬੰਦੇ ਨੂੰ ਪਰਵਾਹ ਹੀ ਨਹੀਂ, ਕਹਿੰਦਾ ਕਿਹੜਾ ਰੱਬ ਆ, ਕਿਹੜਾ ਨਾਮ ਆ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਾਪਨਾ ਕੀ, ਉਹ 30 ਬਰਸ ਕਛ ਦੇਵਨਾ ਪੂਜਾ। ਕਹਿੰਦੇ 32 ਤੇ 30 62 ਅਬ ਪਛਤਾਨਾ ਬਿਰਧ ਭਇਓ। ਕਹਿੰਦੇ ਹੁਣ ਬਜ਼ੁਰਗ ਹੋ ਗਏ, ਹੁਣ ਪਛਤਾਵਾ ਲੱਗ ਗਿਆ, ਜਪਿਆ ਕਿੱਥੇ, ਜਪਿਆ ਤੇ ਹੈ ਹੀ ਨਹੀਂ। ਆਓ ਜੀ ਗੁਰੂ ਸਾਹਿਬ ਜੀ ਬਸ 4 ਪਹਿਲ ਜੀਵਨ ਦੇ ਬਣਾ ਕੇ ਸਾਡੇ ਨਾਲ ਗੱਲ ਸਾਂਝੀ ਕਰ ਰਹੇ ਨੇ। ਬੜਾ ਪਿਆਰਾ ਸ਼ਬਦ ਹੈ ਤੇ ਕਿਰਪਾ ਕਰਨੀ ਜੀ, ਕਾਗਰਤਾ ਸਹਿਤ ਆਪਾਂ ਨੇ ਹਾਜ਼ਰੀ ਭਰਨੀ ਹੈ। ਪਹਿਲੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਦਰਬਾਸ। ਮਹਾਰਾਜ ਕਹਿੰਦੇ ਵਣਜ ਕਰਨ ਆਏ ਬਣਜਾਰੇ, ਬਣਜਾਰਾ ਕਿਉਂਕਿ ਛੋਟੇ ਵਪਾਰੀ ਨੇ, ਕਿਉਂਕਿ ਥੋਕ ਦੀ ਦੁਕਾਨ ਇੱਕ ਹੁੰਦਾ ਵਪਾਰੀ, ਹੁਣ ਵਿਚਾਰੇ ਆਟੋ ਰਿਕਸ਼ਿਆਂ ਤੋਂ ਸੌਦਾ ਵੇਚਦੇ ਫਿਰਦੇ, ਕੋਈ ਸਾਈਕਲ ਤੇ ਵੇਚਦਾ, ਕੋਈ ਰੇਹੜੀ ਸਬਜ਼ੀ ਵੇਚਦੇ ਫਿਰਦੇ ਨੇ, ਕੋਈ ਗੁੜ ਵੇਚਦਾ ਫਿਰਦਾ, ਘਰੇਲੂ ਸਮਾਨ ਜਿਹੜਾ ਉਹ ਸਾਨੂੰ ਦਿੰਦੇ। ਮਹਾਰਾਜ ਕਹਿੰਦੇ ਪਹਿਲੇ ਪਹਿਰ ਰਹਿਣ ਕੇ ਬਣਜਾਰਿਆ ਮਿੱਤਰਾ, ਜੀਵਨ ਰੂਪੀ ਰਾਤ ਦਾ ਜਿਹੜਾ ਪਹਿਲਾ ਪਹਿਰ ਹੈ, ਵਣਜਨ ਕਰਨ ਆਏ ਮਿੱਤਰ, ਹੁਕਮ ਪਿਆ ਗਰਭਾਸ। ਰੱਬ ਦਾ ਹੁਕਮ ਹੋਇਆ ਤੇ ਤੂੰ ਗਰਭ 'ਚ ਆ ਗਿਆ, ਉਧਰੇ ਮਾਏ ਆਏ ਕੀਆ ਨਿਵਾਸ। ਤੇਰਾ ਨਿਵਾਸ ਜਿਹੜਾ ਉਧਰ ਦੇ ਵਿੱਚ ਹੋ ਜਾਂਦਾ ਹੈ ਪਹਿਲੇ ਪੈਰ ਦੇ ਅੰਦਰ। ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸਿੱਧੀ ਅਰਦਾਸ। ਮਹਾਰਾਜ ਕਹਿੰਦੇ ਉਰਦ ਤਪ ਕਰੇ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ। ਅੰਦਰ ਮਾਂ ਦੇ ਗਰਭ ਵਿੱਚ ਉਰਦ ਦਾ ਤੇ ਪੁੱਠਾ, ਤਪ ਦਾ ਤੇ ਯਾਦ ਕਰਦੇ ਹਾਂ ਰੱਬ ਨੂੰ। ਕਮਾਲ ਦੀ ਗੱਲ ਹੈ, ਜਦੋਂ ਮਨੁੱਖ ਪੁੱਠਾ ਲੜਕਦਾ ਸੀ ਗਰਭ ਦੇ ਅੰਦਰ, ਉਦੋਂ ਤੇ ਜਪਦਾ ਸੀ, ਤੇ ਜਦੋਂ ਸਿੱਧਾ ਪੈਰਾਂ ਤੇ ਖੜਾ ਹੋ ਗਿਆ ਫਿਰ ਰੱਬ ਨੂੰ ਜਪਣਾ ਇਹਨੇ ਛੱਡ ਦਿੱਤਾ। ਸਿੱਧੇ ਦੇ ਅਰਥ ਜਦੋਂ ਪੁੱਠਾ ਹਾਂ ਉਦੋਂ ਸਿੱਧੇ ਕੰਮ ਕਰਦਾ ਹਾਂ, ਜਦੋਂ ਸਿੱਧਾ ਹੋਇਆ ਉਦੋਂ ਤੂੰ ਕੰਮ ਪੁੱਠੇ ਕਰਨ ਲੱਗ ਪਿਆ। ਮਹਾਰਾਜ ਕਹਿੰਦੇ ਉਰਦ ਤਪ ਅੰਤਰ ਕਰੇ ਬਣ ਜਾ ਮਿੱਤਰਾ। ਜਾਂ ਇੱਕ ਬਚਨ ਅਸੀਂ ਪੜ੍ਹਦੇ, ਰਚੰਤ ਜੀਆਂ ਰਚਨਾ ਮਾਤ ਗਰਭ ਅਸਥਾਪਨਾ। ਕਹਿੰਦੇ ਸਾਡੀ ਸਥਾਪਨਾ ਮਾਂ ਦੇ ਗਰਭ ਵਿੱਚ ਹੁੰਦੀ ਸਭ ਤੋਂ ਪਹਿਲਾਂ। ਸਾਸ ਸਿਮਰੰਤ ਨਾਨਕ, ਕਹਿੰਦੇ ਗਰਭ ਦੇ ਅੰਦਰ ਨਾਨਕ ਤੂੰ ਸਵਾਸ ਸਿਮਰਦਾ ਸਾਂ। ਮਹਾ ਅਗਨ ਨਾ ਵਿਨਾਸਨ, ਇਸ ਕਰਕੇ ਤੈਨੂੰ ਮਹਾ ਅਗਨੀ ਨਹੀਂ ਕੋਈ ਹੈ। ਬਾਹਰ ਦੀ ਅੱਗ ਨਾਲੋਂ ਜਿਹੜੀ ਗਰਭ ਦੀ ਅੱਗ ਉਹ ਜ਼ਿਆਦਾ ਹੁੰਦੀ ਹੈ। ਮਹਾਰਾਜ ਨੇ ਇਸ ਵਿਸ਼ੇ ਤੇ ਬਹੁਤ ਵਾਰੀ ਗੱਲ ਕੀਤੀ ਹੈ ਤੇ ਸਤਿਗੁਰਾਂ ਨੇ ਵੀ ਕਿਹਾ ਵੀ ਬਚਿਆ ਵੀ ਤੂੰ ਤਾਂ ਸਾਨੂੰ ਉੱਥੇ ਸਿਮਰਨ ਕਰਦਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣਾ ਹਾਰੇ।
ਮਹਾਰਾਜ ਕਹਿੰਦੇ ਮੁੱਖ ਤਲੇ ਪੈਰ ਉੱਪਰ ਉੱਪਰੋਂ, ਕਹਿੰਦੇ ਤੇਰਾ ਮੂੰਹ ਥੱਲੇ ਪਾਸੇ ਹੀ ਗਰਭ ਦੇ ਅੰਦਰ, ਪੈਰ ਉੱਪਰ ਨੂੰ ਹੀ, ਮੁੱਖ ਤਲੇ ਪੈਰ ਉੱਪਰੋਂ ਬਸੰਦੜੋ ਕੋਥੜਾ ਥਾਏ, ਬੜੀ ਭੈੜੀ ਜਗ੍ਹਾ ਤੇ ਤੇਰਾ ਵਾਸਾ ਹੋਇਆ, ਇਹ ਨਰਕ ਹੈ ਗੁਰਮੁਖੋ ਗਰਭ ਜਿਹੜਾ। ਤੇ ਮਹਾਰਾਜ ਕਹਿੰਦੇ ਗਰਭ ਤੋਂ ਅਸੀਂ ਬਚਣਾ ਹੈ ਵੀ ਅਸੀਂ ਗਰਭ 'ਚ ਨਾ ਆਈਏ। ਹੁਣ ਪੁੱਠੇ ਲੜਕਦੇ ਹਾਂ, ਸਿਰ ਥੱਲੇ ਵਾਲੇ ਪਾਸੇ, ਤੇ ਮਹਾਰਾਜ ਕਹਿੰਦੇ ਪੈਰ ਤੇਰੇ ਉੱਪਰ ਨਾਨਕ ਸੋ ਧਣੀ ਕਿਉਂ ਵਸਾ ਦਿਓ, ਕਹਿੰਦੇ ਜਿਹਨੇ ਤੈਨੂੰ ਉਸ ਜਗ੍ਹਾ ਤੇ ਬਚਾਇਆ ਉਹਨੂੰ ਕਿਉਂ ਭੁੱਲ ਗਿਆ। ਮਹਾਰਾਜ ਕਹਿੰਦੇ ਉਧਰ ਹੈ ਜਿਸ ਦੇ ਨਾਏ ਜਿਹਦੇ ਨਾਪ ਨਾਲ ਜੁੜ ਕੇ ਤੂੰ ਉਧਰਨਾ, ਭਾਵ ਕੇ ਭਵ ਸਾਗਰ ਤੋਂ ਤਰਨਾ ਹੈ। ਮਹਾਰਾਜ ਕਹਿੰਦੇ ਤੂੰ ਉਹਨੂੰ ਹੀ ਵਿਸਾਰ ਦਿੱਤਾ। ਮਹਾਰਾਜ ਕਹਿੰਦੇ ਰਗਤ ਬਿੰਦ ਕਰ ਨਿੰਮਿਆ ਅਗਨ ਉਦਰ ਮੁਝਾਰ, ਰਗਤ ਤੇ ਬਿੰਦ ਤੋਂ ਅਸੀਂ ਖੂਨ ਤੋਂ ਪਾਣੀ ਦੀ ਬੂੰਦ ਤੋਂ ਸਾਡੀ ਉਪਜ ਹੋਈ ਹੈ। ਤੇ ਮਹਾਰਾਜ ਨੇ ਬਚਨ ਕਹੇ ਅਗਨ ਉਦਰ, ਉਦਰਦੀ ਅਗਨ 'ਚ ਮੁਝਾਰ ਵਿੱਚ ਉਰਦ ਮੁਖ ਪਚੀਲ ਬਿਕਲ ਨਰਕ ਘੋਰ, ਉਹ ਬਾਰ ਮਹਾਰਾਜ ਨੇ ਨਰਕ ਘੋਰ ਇਹਨੂੰ ਕਿਹਾ। ਤੇ ਮਹਾਰਾਜ ਕਹਿੰਦੇ ਉਰਦ ਤਾਪ ਅੰਤਰ ਕਰੇ ਬਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਜਿੱਥੇ ਤਪ ਕਰਦਾ ਸਾਂ ਨਾਲ ਦੀ ਨਾਲ ਅਰਦਾਸ ਵੀ ਕਰਦਾ, ਮਹਾਰਾਜ ਮੈਨੂੰ ਇੱਕ ਵਾਰੀ ਇੱਥੋਂ ਕੱਢੋ, ਮੈਂ ਦੁਬਾਰਾ ਕਦੇ ਗਰਭ 'ਚ ਨਹੀਂ ਆਵਾਂਗਾ। ਜਿਨ੍ਹਾਂ ਨੇ ਗੁਰੂ ਨੂੰ ਜਪਿਆ ਉਹ ਆਏ ਵੀ ਨਹੀਂ। ਗੁਰ ਨਾਨਕ ਜੇਤ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਮਹਾਰਾਜ ਕਹਿੰਦੇ ਫਿਰ ਦੁਬਾਰਾ ਗਰਭ 'ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਉੱਥੇ ਜਿੱਥੇ ਤਪ ਕਰਦਾ ਸੀ ਉੱਥੇ ਭਾਈ ਤੂੰ ਅਰਦਾਸਾਂ ਕਰਦਾ ਜੋ ਮਹਾਰਾਜ ਇੱਕ ਵਾਰੀ ਮੈਨੂੰ ਇੱਥੋਂ ਬਚਾਓ, ਮੈਂ ਦੁਬਾਰਾ ਗਰਭ ਦੇ ਅੰਦਰ ਨਹੀਂ ਆਵਾਂਗਾ ਜੀ। ਖਸਮ ਸਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਉੱਠਾ ਲੜਕਦਿਆਂ ਤੇਰਾ ਧਿਆਨ ਤੇਰੀ ਲਿਵ ਲੱਗੀ ਹੀ, ਖਸਮ ਸੇਤੀ ਅਰਦਾਸ ਵਖਾਣੇ, ਖਸਮ ਸੇਤੀ ਤੂੰ ਅਰਦਾਸਾਂ ਕਰਦਾ, ਜਪਦਾ ਵੀ ਸੈਂ ਅਰਦਾਸਾਂ ਵੀ ਕਰਦਾ ਹਾਂ। ਤੇ ਗੁਰਮੁਖੋ ਹੁਣ ਉਧਰ ਨਾਲ ਵੀ ਅਸੀਂ ਇਸ ਤਰ੍ਹਾਂ ਹੀ ਹਾਂ ਵੀ ਜਪੀਏ ਵੀ ਤੇ ਅਰਦਾਸ ਵੀ ਕਰੀਏ। ਪਹਿਲਾਂ ਆਇਆ ਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਰਦਾਸ ਗੁਰੂ ਅੱਗੇ ਜੀ ਮਿਲਾ ਦਿਓ ਤੇ ਜਪਣਾ ਵੀ ਉਸ ਜਿਹਦੇ ਵਿੱਚ ਅਭੇਦ ਹੋਣਾ, ਉਸ ਵਾਹਿਗੁਰੂ ਨੂੰ ਨਿਰੰਕਾਰ ਨੂੰ। ਮਹਾਰਾਜ ਕਹਿੰਦੇ ਭਾਈ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਦੇ ਲਾਗਾ, ਇੱਥੇ ਅਰਦਾਸ ਕਰਦਾ ਹਾਂ ਧਿਆਨ ਤੇਰਾ ਵਾਹਿਗੁਰੂ ਦੇ ਅੰਦਰ ਸੀ। ਨਾਮ ਯਾਦ ਆਇਆ ਕਲ ਭੀਤਰ, ਬਾਹੁੜ ਜਾਸੇ ਨੰਗਾ। ਤੂੰ ਬੇਮਰਿਆਦਾ ਸੰਸਾਰ ਤੇ ਆਇਆ ਹੈ, ਬੱਚਾ ਨੰਗਾ ਪੈੜਾ ਪਚੈੜਾ ਸੰਸਾਰ ਤੇ ਆਉਂਦਾ ਹੈ। ਬੌੜ ਜਾਸੀ ਨੰਗਾ, ਨੰਗਾ ਹੀ ਆਇਆ ਸੰਸਾਰ ਤੇ ਨਿਰਵਸਤਰ ਤੂੰ ਸੰਸਾਰ ਤੋਂ ਜਾਣਾ ਹੈ। ਬਾਬਾ ਨਾਂਗੜਾ ਆਇਆ ਜਗ ਨੂੰ ਲਾੜੀਆਂ ਬਾਣੀ ਚੋਂ, ਮਹਾਰਾਜ ਨੇ ਬਹੁਤ ਵਧੀਆ ਉਪਦੇਸ਼ ਦਿੱਤੇ। ਜਾਂ ਨਾਂਗੇ ਆਪਣਾ ਨਾਂਗੇ ਜਾਣਾ ਹਰ ਹੁਕਮ ਭਇਆ, ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓ। ਕਿਸੇ ਬੇਮਰਿਆਦਾ ਜੋ ਤੂੰ ਸੰਸਾਰ ਤੇ ਆਇਆ, ਕਿਸੇ ਦੇ ਹੱਥਾਂ ਦਾ ਹੀ ਤੇਰਾ ਜਨਮ ਹੋਇਆ ਹੈ। ਤੇ ਮਹਾਰਾਜ ਕਹਿੰਦੇ ਜਿੱਦਣ ਜਾਏਗਾ ਬੌੜ ਜਾਸੀ ਨਾਂਗਾ, ਉਦਣ ਵੀ ਤੂੰ ਭਾਈ ਇਹ ਤੇਰੇ ਨਾਲ ਕੁਝ ਨਹੀਂ ਜਾਣਾ, ਤੂੰ ਨੰਗੇ ਨਹੀਂ ਇੱਥੋਂ ਤੁਰ ਜਾਣਾ ਹੈ। ਜੈਸੇ ਕਲਮ ਗੁੜੀ ਹੈ ਮਸਤਕ, ਤੈਸੇ ਜੀੜੇ ਪਾਸ। ਜਿਹੜੇ ਕਰਮਾਂ ਦੀ ਉਹ ਕਲਮ ਚੱਲੀ ਹੈ ਨਾ, ਜੇ ਉਹਦੇ ਇਹ ਕਰਮ ਕੀਤੇ ਮੱਥੇ ਤੇ, ਤੈਸੀ ਜੀੜੇ ਪਾਸ ਰਾਸ ਪੂੰਜੀ ਉਹੋ ਜੀ ਸਾਡੇ ਕੋਲ ਹੀ ਹੁੰਦੀ ਹੈ। ਚਲੋ ਸਤਿਗੁਰਾਂ ਨੇ ਬਚਨ ਕਹਿ ਵੀ ਇਹ ਵੀ ਕਿਤੇ ਤਰਸ ਸੀ ਵਾਹਿਗੁਰੂ ਦਾ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਰੱਬ ਨੇ ਮੱਥੇ ਤੇ ਲਿਖ ਦਿੱਤਾ ਸਾਡੇ ਕਰਮਾਂ ਅਨੁਸਾਰ, ਜੋ ਲਿਖਿਆ ਸੋ ਵਰਤਦਾ ਨਾਨਕ ਮੇਟ ਨਾ ਸਕੈ, ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ। ਜਿਵੇਂ ਜਿਵੇਂ ਕਲਮ ਨਾਲ ਲਿਖਿਆ ਗਿਆ ਉਵੇਂ ਉਵੇਂ ਅਸੀਂ ਜਿਉ ਰਹੇ ਹਾਂ। ਉਹ ਜੀੜੇ ਪਾਸ ਉਹੀ ਰਾਸ ਪੂੰਜੀ ਰਹਿਣੀ ਹੈ ਜੋ ਵਾਹਿਗੁਰੂ ਨੇ ਲਿਖ ਦਿੱਤਾ ਹੈ। ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ, ਇਹ ਪ੍ਰਾਣੀ ਜੀਵਨ ਦੇ ਪਹਿਲੇ ਪੈਰ ਹੁਕਮ ਪਿਆ ਗਰਭਾਸ। ਵਾਹਿਗੁਰੂ ਦੇ ਹੁਕਮ ਨਾਲ ਤੇਰਾ ਵਾਸਾ ਗਰਭ ਦੇ ਅੰਦਰ ਹੋ ਗਿਆ। ਸਾਡਾ ਪਹਿਲਾ ਪੈਰ ਸਾਰਿਆਂ ਤੋਂ ਇੱਥੋਂ ਹੀ ਆਰੰਭ ਹੋਇਆ ਹੈ। ਦੂਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ। ਮਹਾਰਾਜ ਕਹਿੰਦੇ ਜੀਵਨ ਰੂਪੀ ਰਾਤ ਦੇ ਦੂਸਰੇ ਪੈਰ 'ਚ ਹੈ ਵਣਜ ਕਰਤਾ ਆਏ ਬਣਜਾਰੇ ਮਿੱਤਰ। ਗਿਆ ਧਿਆਨ। ਮਹਾਰਾਜ ਕਹਿੰਦੇ ਤੇਰਾ ਧਿਆਨ ਵਿਸਰ ਗਿਆ, ਰੱਬ ਨਾਲੋਂ ਤੂੰ ਟੁੱਟ ਗਿਓ। ਦੂਜਾ ਪੈਰ ਮੰਨ ਲਓ ਜੇ ਆਪਾਂ ਚਾਰ ਪੈਰ ਕਰੀਏ ਵੀ ਪਹਿਲੇ 25 ਸਾਲ ਤੇ ਅਸੀਂ ਉਹ ਭੱਜ ਦੌੜ ਜਵਾਨੀ ਬਚਪਨਾ, ਤੇ ਅਗਲੇ 25 ਸਾਲ ਮਹਾਰਾਜ ਕਹਿੰਦੇ ਫਿਰ ਨਹੀਂ ਤੂੰ ਧਿਆਨ ਜੋੜਿਆ, ਧਿਆਨ ਤੇ ਤੇਰਾ ਜੁੜਿਆ ਹੀ ਨਹੀਂ ਉਹਦੇ ਨਾਲ ਨਾ। ਚਲੋ ਜ਼ਰੂਰੀ ਨਹੀਂ ਵੀ ਸਾਰਿਆਂ ਦੀ ਉਮਰ 100 ਸਾਲ ਹੋਏਗੀ। ਵੈਸੇ ਚਲੋ ਮੰਨ ਲਓ ਕਿਸੇ ਦੀ ਉਮਰ 100 ਸਾਲ ਹੋਵੇ
ਮਹਾਰਾਜ ਕਹਿੰਦੇ 100 ਸਾਲ ਦੇ ਵਿੱਚੋਂ 50 ਸਾਲ ਤੇ ਅਸੀਂ ਸੌਂ ਕੇ ਕੱਢ ਜਾਂਦੇ ਹਾਂ। ਅੱਧਾ ਜੀਵਨ ਬੰਦਾ ਸੌਂਦਾ ਹੈ ਤੇ ਅੱਧਾ ਜੀਵਨ ਜਾਗਦਾ ਹੈ। ਤੇ ਮਹਾਰਾਜ ਕਹਿੰਦੇ ਉਹਦੇ ਤੋਂ ਖਾਣ ਤੇ ਤੂੰ ਕਿੰਨਾ ਟਾਈਮ ਲਾਇਆ, ਤੂੰ ਹੋਰ ਧੰਦਿਆਂ ਤੇ ਕਿੰਨਾ ਟਾਈਮ ਲਾਇਆ, ਜਪਿਆ ਕਿੰਨਾ ਕੁ, ਕਿਤੇ ਕਾਊਂਟ ਕਰਨਾ ਚਾਹੀਦਾ। ਦਿਨ ਦਾ ਹਿਸਾਬ ਕਰੀਏ ਵੀ ਸਵੇਰੇ 4 ਵਜੇ ਉੱਠੇ ਐ ਤੇ ਰਾਤ ਨੂੰ 10 ਵਜੇ ਜੇ ਸੌਂਦੇ ਹੋ, ਵੈਸੇ ਤੇ 8-9 ਵਜੇ ਸਾਨੂੰ ਸੌ ਜਾਣਾ ਚਾਹੀਦਾ। ਅੰਮ੍ਰਿਤ ਵੇਲਾ ਸੰਭਾਲਣ ਲਈ ਸੌਣ ਦਾ ਟਾਈਮ ਜਿਹੜਾ ਉਹ ਸਾਨੂੰ ਪਹਿਲਾਂ ਲਿਆਉਣਾ ਪੈਣਾ, ਫਿਰ ਅੰਮ੍ਰਿਤ ਵੇਲਾ ਸੰਭਾਲਿਆ ਜਾਏਗਾ। ਮਹਾਰਾਜ ਕਹਿੰਦੇ ਧਰਨਾ ਕਿੰਨਾ ਚਿਰ ਕੀਤਾ ਹੈ, ਜੀਵਨ 'ਚ ਸੁੱਤਾ ਕਿੰਨਾ ਚਿਰ ਹੈ, ਖਾਧਾ ਪੀਤਾ ਕਿੰਨਾ, ਸਾਰਾ ਕਾਊਂਟ ਕਰ ਤੇ ਫਿਰ ਪਤਾ ਲੱਗੇਗਾ ਜਪਿਆ ਤੇ ਕੁਝ ਵੀ ਨਹੀਂ ਹੈ। ਦਿਨ ਲੱਗ ਗਿਆ ਸਾਰਾ, ਅੱਜ ਕਿੰਨੀ ਕੁ ਬਾਣੀ ਪੜ੍ਹੀ, ਕਿੰਨਾ ਕੁ ਜਪਿਆ, ਅੱਜ ਕਿੰਨਾ ਕੁ ਚਿਰ ਜੁੜਨਾ, ਕਿੰਨਾ ਕੁ ਚਿਰ ਸੁਰਤ ਜੁੜੀ ਹੈ, ਕਾਊਂਟ ਸਾਨੂੰ ਰੋਜ਼ ਦਾ ਕਰਨਾ ਚਾਹੀਦਾ। ਇਹ ਹਿਸਾਬ ਕਿਤਾਬ ਰੱਖਾਂਗੇ। ਮਾਇਆ ਦੇ ਤੇ ਹਿਸਾਬ ਕਿਤਾਬ ਰੋਜ਼ ਬੈਂਕ ਬੈਲੈਂਸ ਚੈੱਕ ਕਰਦੇ ਆ, 5 ਰੁਪਈਏ ਆ ਗਏ ਆ ਜੀ, 5 ਰੁਪਈਏ ਕੱਟੇ ਗਏ ਆ ਜੀ। ਕਦੇ ਅਸੀਂ ਇੱਧਰ ਹਿਸਾਬ ਨਹੀਂ ਲਾਇਆ ਵੀ ਅੱਜ ਕਿੰਨਾ ਕੁ ਜਪਿਆ, ਕਿੰਨਾ ਕੁ ਘਾਟਾ ਪੈ ਗਿਆ, ਕਿੰਨਾ ਕੁ ਨਫਾ ਜੋ ਹੈ। ਜੇ ਇਕੱਲਾ ਨਿਤਨੇਮ ਵੀ ਪਹਿਲਾਂ ਕਰਦੇ ਹੋ, ਜਪਜੀ ਸਾਹਿਬ ਹੋਰ ਵੱਧ ਕਰ ਲਿਆ ਤੇ ਤੁਹਾਡਾ ਨਫਾ ਹੈ। ਜੇ ਤੁਸੀਂ ਸੁਖਮਨੀ ਸਾਹਿਬ ਵੱਧ ਕਰ ਲਿਆ ਇਹ ਤੁਹਾਡਾ ਨਫਾ। ਜੇ ਤੁਸੀਂ ਸਹਿਜ ਪਾਠ ਹੱਥ ਕਰ ਲੈਂਦੇ ਹੋ, ਕਾਊਂਟ ਕਰੋ, ਕਹਿੰਦੇ ਅੱਜ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਵਰਤੀ ਹੈ, ਅੱਜ ਤੇ ਲਾਹਾ ਪ੍ਰਾਪਤ ਹੋਇਆ ਹੈ। ਨਿਤਨੇਮ ਜ਼ਰੂਰੀ ਹੈ, ਉਹ ਸਾਡੀ ਮਰਜ਼ੀ ਨਹੀਂ, ਉਹ ਗੁਰੂ ਦਾ ਹੁਕਮ ਹੈ। ਇਸ ਤੋਂ ਵੱਧ ਜੋ ਅਸੀਂ ਬਾਣੀ ਪੜ੍ਹਦੇ ਹਾਂ ਉਹ ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਤੇ ਮਹਾਰਾਜ ਕਹਿੰਦੇ ਭਲਿਆ ਦੂਜਾ ਪਹਿਰ ਆਇਆ ਜੀਵਨ ਦਾ ਤੇ ਮਿੱਤਰਾ ਤੇਰਾ ਧਿਆਨ ਹੀ ਵਿਸਰ ਗਿਆ, ਤੂੰ ਰੱਬ ਨਾਲੋਂ ਟੋਟੀ ਕਿਉਂ। ਹੱਥੋਂ ਹੱਥ ਸਜਾਈਐ ਬਣ ਜਾ ਰਿਹਾ ਮਿੱਤਰਾ। ਚਲੋ ਬਚਪਨ 'ਚ ਦਾਸ ਨੇ ਪਹਿਲਾਂ ਬੇਨਤੀ ਕੀਤੀ ਵੀ ਨਿੱਕਾ ਜਿਹਾ ਸੀ ਤੇ ਮਾਂ ਦੇ ਵੱਲ ਧਿਆਨ ਆ, ਥੋੜਾ ਜਿਹਾ ਵੱਡਾ ਹੋਇਆ ਤੇ ਹੱਥੋਂ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ। ਫਿਰ ਹੱਥਾਂ 'ਚ ਬੱਚਾ ਖੇਡਦਾ, ਕਦੀ ਮਾਂ ਕੋਲ ਨਹੀਂ ਰਹਿੰਦਾ। ਸਵਾ ਕੁ ਮਹੀਨੇ ਤੱਕ ਮਾਂ ਆਪਣੇ ਨਾਲੋਂ ਜ਼ਿਆਦਾ ਬੱਚੇ ਨੂੰ ਦੂਰ ਨਹੀਂ ਕਰਦੀ ਹੈ। ਪਰ ਜਦੋਂ ਬੱਚਾ ਥੋੜਾ ਜਿਹਾ ਸਮਾਂ ਤੋਂ ਉਹਨੂੰ ਬਗੈਰ ਕੱਢਣ ਲੱਗ ਪੈਂਦਾ, ਫਿਰ ਕਈਆਂ ਦੇ ਹੱਥਾਂ 'ਚ ਬਾਪ ਵੀ ਚੁੱਕ ਲੈਂਦੇ, ਦਾਦਾ ਜੀ ਵੀ ਬਾਹਰ ਲੈ ਜਾਂਦੇ ਹੈ, ਹੋਰ ਵੀ ਭਾਈ ਭਰਜਾਈਆਂ ਵੀ ਉਹਨੂੰ ਚੁੱਕ ਲੈਂਦੇ ਹੈ। ਮਹਾਰਾਜ ਕਹਿੰਦੇ ਫਿਰ ਹੱਥੋਂ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ। ਫਿਰ ਦੂਸਰਿਆਂ ਸਾਰਿਆਂ ਦੇ ਹੱਥਾਂ 'ਚ ਤੂੰ ਨੱਚਦਾ ਖੇਡਦਾ ਤੇ ਤੂੰ ਪਿਆਰ ਕਰਦੇ ਹਨ। ਕਹਿੰਦੇ ਐਵੇਂ ਬੱਚਾ ਲੋਕਾਂ ਦੇ ਦੂਸਰਿਆਂ ਦੇ ਹੱਥਾਂ 'ਚ ਖੇਡਦਾ, ਰਿਸ਼ਤੇਦਾਰਾਂ ਦੇ ਪਰਿਵਾਰ ਵਾਲਿਆਂ ਦੇ ਹੱਥਾਂ 'ਚ, ਜਿਵੇਂ ਜਸ਼ੋਦਾ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਹੋਣ। ਕਾਨ ਕ੍ਰਿਸ਼ਨ ਜਸ਼ੋਦਾ ਮਾਂ ਸੀ। ਕਹਿੰਦੇ ਨਿੱਕੇ ਜਿਹੇ ਕ੍ਰਿਸ਼ਨ ਨੂੰ ਸਾਰੇ ਪਿਆਰ ਕਰਦੇ ਹਨ, ਚੁੱਕ ਕੇ ਲੈ ਜਾਂਦੇ ਹਨ। ਜਿਵੇਂ ਉਹ ਕਾਨ ਨਿੱਕਾ ਜਿਹਾ ਹੁੰਦਾ ਲੋਕਾਂ ਦੇ ਸੰਗਤ ਦੇ ਹੱਥਾਂ 'ਚ ਜਾਂ ਮਾਂ ਦੇ ਹੱਥਾਂ 'ਚ ਜਾਂ ਪਰਿਵਾਰ ਦੇ ਹੱਥਾਂ 'ਚ ਖੇਡਦਾ ਹੀ, ਹਰੇਕ ਬੱਚਾ ਇਤਨਾ ਹੀ ਹੱਥਾਂ ਦੇ ਵਿੱਚ ਨੱਚਦਾ ਹੈ ਜੀ। ਹੱਥੋਂ ਹੱਥ ਨਚਾਈਐ ਪ੍ਰਾਣੀ। ਉਹ ਬੱਚਾ ਹੱਥੋਂ ਹੱਥ ਨੱਚਦਾ, ਸਾਰੇ ਉਹਨੂੰ ਕਹਿੰਦੇ ਹੱਸ, ਆਪ ਹੱਸਦੇ ਹੈ, ਬੋਲ ਆਪ ਬੋਲਦੇ ਹੈ, ਉਹਦੇ ਨਾਲ ਲਾਡ ਕਰਦੇ, ਹੱਥੋਂ ਹੱਥ ਨੱਚਦਾ ਹੈ। ਮਾਤ ਕਹੈ ਸੁਤ ਮੇਰਾ। ਮਾਂ ਕਹਿੰਦੀ ਹੈ ਮੇਰਾ ਪੁੱਤਰ ਹੈ, ਭਾਵੇਂ ਖੇਡਦਾ ਕਈਆਂ ਦੇ ਹੱਥਾਂ 'ਚ, ਸ਼ਾਮ ਨੂੰ ਆਪਣੀ ਮਾਂ ਦੀ ਬੁੱਕਲ 'ਚ ਆ ਜਾਂਦਾ ਹੈ। ਮਾਂ ਕਹਿੰਦੀ ਭਾਈ ਮੇਰਾ ਬੱਚਾ ਲਿਆਓ, ਕਿੱਥੇ ਲੈ ਕੇ ਗਏ ਹੋ, ਮੇਰਾ ਬੱਚਾ ਕਿਹਦੇ ਕੋਲ ਹੈ। ਉਹ ਮਾਂ ਦਾ ਹੱਕ। ਵੈਸੇ ਤੇ ਮਹਾਰਾਜ ਕਹਿੰਦੇ ਜਨਨੀ ਗਰਭ ਪਾਲਤੀ ਸੁਤ ਕੀ ਕਾ ਰਾਸਾ ਵੱਡਾ ਹੋਏ, ਧਨ ਖਾਟ ਦੇ ਕਰ ਭੋਗ ਪਿਲਾਸਾ। ਗਰਭ ਦੇ ਵਿੱਚੋਂ ਹੀ ਮਾਂ ਦਾ ਪਿਆਰ ਬੱਚੇ ਨਾਲ ਪੈ ਜਾਂਦਾ, ਸਾਰੀ ਜ਼ਿੰਦਗੀ ਉਹ ਪਿਆਰ ਮਾਂ ਬੱਚੇ ਨਾਲ ਕਰਦੀ। ਉਹ ਕਹਿੰਦੀ ਹੈ ਮੇਰਾ ਪੁੱਤਰ ਹੈ, ਮੇਰਾ ਪੁੱਤਰ ਹੈ। ਇਹ ਮੇਰੇ ਮੂਰਖ ਝੱਲੇ ਮਾਣੋ ਨੂੰ ਚੇਤੇ ਕਰ ਵਾਹਿਗੁਰੂ ਨੂੰ ਜਾਪ। ਸੰਤ ਨੂੰ ਇੱਥੇ ਤੇਰਾ ਕੁਝ ਵੀ ਨਹੀਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ। ਮੇਰਾ ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੂਖ ਭੁਜੰਗ ਬਲਿਓ। ਜਾਂ ਮਹਾਰਾਜ ਕਹਿੰਦੇ ਮੇਰੀ ਮੇਰੀ ਕਿਆ ਕਰੈ, ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ 86 ਲੱਖ ਕਰੋੜ। ਬੰਦਿਆ ਤੇਰਾ ਇੱਥੇ ਕੁਝ ਵੀ ਨਹੀਂ, ਰੱਬ ਨੂੰ ਚੇਤੇ ਕਰ। ਜਿਨ ਰਚ ਰਚਿਆ ਤਿਸ ਹੈ ਨ ਜਾਣੈ। ਮਹਾਰਾਜ ਕਹਿੰਦੇ ਜਿਨੇ ਤੇਰਾ ਰਚਨ ਰਚਿਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਕਹਿੰਦੇ ਤੂੰ ਉਹਨੂੰ ਮਨ 'ਚ ਵਸਾਇਆ ਹੀ ਨਹੀਂ ਹੈ। ਜਿਨੇ ਤੇਰੀ ਰਚਨਾ ਰਚੀ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਹਨੇ ਗਰਭ ਤੋਂ ਲੈ ਕੇ ਜਵਾਨੀ ਤੱਕ ਤੇਰੀ ਮਦਦ ਕੀਤੀ, ਮਹਾਰਾਜ ਕਹਿੰਦੇ ਉਹਨੂੰ ਤੂੰ ਜਪਦਾ ਹੀ ਨਹੀਂ ਹੈ, ਉਹਦੇ ਨਾਲ ਤੂੰ ਜੁੜਿਆ ਹੀ ਨਹੀਂ। ਮਨ ਭੀਤਰ ਧਰ ਧਿਆਨ। ਮਨ ਦੇ ਅੰਦਰ ਉਹਦਾ ਧਿਆਨ ਧਰ, ਜਿੰਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਹੈ। ਨਾਨਕ ਪ੍ਰਾਣੀ ਦੂਜੈ ਪਹਿਰੈ। ਇਹ
ਪ੍ਰਾਣੀ ਵਣਜ ਕਰਨ ਆਏ ਬਣਜਾਰੇ ਜੀਵਨ ਦੇ ਦੂਜੇ ਪੈਰ ਅੰਦਰ ਵਿਸਰ ਗਿਆ ਧਿਆਨ ਮਹਾਰਾਜ ਕਹਿੰਦੇ ਤੇਰਾ ਧਿਆਨ ਵਿਸਰ ਗਿਆ ਹੈ, ਰੱਬ ਨਾਲੋਂ ਟੁੱਟ ਚੁੱਕਿਆ ਹੈ। ਤੀਜੈ ਪਹਿਰੇ ਰਹਿਣ ਕੈ ਵਣਜਾਰੇ ਅੰਤਰਾ ਜੀਵਨ ਰੂਪੀ ਰਾਤ ਦੇ ਤੀਸਰੇ ਪੈਰ 'ਚ ਹੈ ਵਣਜ ਕਰਨ ਆਏ ਬਣਜਾਰੇ ਮਿੱਤਰ ਧਨ ਜੋਬਨ ਸੋ ਚਿੱਤ ਤੇਰਾ ਹੁਣ ਮਨ ਜਿਹੜਾ ਨਾ ਧਨ ਤੇ ਜੋਬਨ ਸਿਓ ਚਿੱਤ ਜਿਹੜਾ ਧਨ ਤੇ ਜਵਾਨੀ 'ਚ ਜੁੜ ਗਿਆ ਹੈ। ਬੰਦੇ ਤੇ ਜਦੋਂ ਜਵਾਨੀ ਆਉਂਦੀ ਨਾ ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਚਲੋ ਕਈ ਵਾਰੀ ਧਨ ਮਾਂ ਪਿਓ ਦਾ ਵੀ ਬੱਚੇ ਕੋਲ ਆ ਜਾਂਦਾ ਹੈ, ਕਈ ਬੱਚੇ ਜੰਮਦੇ ਹੀ ਰਾਜ਼ੀ ਹੁੰਦੇ ਆ ਤੇ ਮਹਾਰਾਜ ਕਹਿੰਦੇ ਧਨ ਤੇ ਜਵਾਨੀ ਦਾ ਘਾਰ ਹੋ ਗਿਆ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦੇਣ ਚਾਰ ਮਹਾਰਾਜ ਕਹਿੰਦੇ ਤੇ 4 ਦਿਨ ਦੀ ਖੇਡ ਹੀ ਹੈ। ਬੰਦਿਆ ਤੂੰ ਧਨ ਤੇ ਆਪਣੀ ਜਵਾਨੀ ਨਾਲ ਮਹਾਰਾਜ ਕਹਿੰਦੇ ਬੰਦਿਆ ਆਪਣੇ ਜੋਬਨ ਦਾ ਘਾਰ ਨਾ ਕਰ। ਮਹਾਰਾਜ ਨੇ ਕਿਹਾ ਜਿਵੇਂ ਕਾਗਜ਼ ਪਾਣੀ 'ਚ ਪੈ ਕੇ ਗਲ ਜਾਂਦਾ ਹੈ ਨਾ, ਜੋਬਨ ਇਸ ਤਰ੍ਹਾਂ ਥੋੜੇ ਸਮੇਂ 'ਚ ਢਲ ਜਾਂਦਾ ਹੈ। ਵਡੇਪੇ ਨੇ ਖਾ ਜਾਣਾ ਜਵਾਨੀ ਨੂੰ, ਇਸ ਜਵਾਨੀ ਦਾ ਮਾਣ ਨਾ ਕਰ। ਮਹਾਰਾਜ ਨੇ ਸਾਨੂੰ ਬਹੁਤ ਬਚਨ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਮਝਾਇਆ ਹੈ। ਕਾਹੇ ਰੇ ਨਾਗ ਗਰਭ ਕਰਤ ਹੋ, ਸਰੀਰ ਦਾ ਮਨੁੱਖ ਕੀ ਗਰਭ ਕਰਦਾ ਹੈ। ਬਿਨ ਸਜਾਏ ਝੂਠੀ ਲਈਏ ਤੇ ਸਰੀਰ ਝੂਠਾ ਹੈ। ਧਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉ ਗਲ ਜਾਹੇਗਾ। ਮਹਾਰਾਜ ਕਹਿੰਦੇ ਧਨ ਤੇ ਜਵਾਨੀ ਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ। ਹਰ ਕਾ ਨਾਮ ਨ ਚੇਤਹਿ ਵਣਜਾਰੇ ਮਿੱਤਰਾ ਇਹ ਬਣਜਾਰੇ ਮਿੱਤਰ ਤੂੰ ਹਰ ਦਾ ਨਾਮ ਤੇ ਚੇਤਦਾ ਹੀ ਨਹੀਂ ਹੈ, ਚੇਤੇ ਹੀ ਨਹੀਂ ਕਰਦਾ ਹੈ ਵਾਹਿਗੁਰੂ ਨੂੰ। ਬੰਦਾ ਛੁੱਟਾ ਹੈ ਜਿੱਤ ਬੰਧਨਾਂ 'ਚ ਬੰਦਾ ਜਿਹਦੇ ਕਰਕੇ ਕੋਈ ਛੁੱਟਣਾ ਹੀ ਉਹ ਤੂੰ ਜਪਦਾ ਹੀ ਨਹੀਂ। ਨਾਮ ਹੀ ਛਡਾਉਂਦਾ ਹੈ ਬੰਧਨਾਂ ਤੋਂ, ਨਾਮ ਨੇ ਹੀ ਮੁਕਤ ਕਰਨਾ ਹੈ ਤੇ ਜਿਹਨੇ ਮੁਕਤ ਕਰਨਾ ਹੈ ਮਹਾਰਾਜ ਕਹਿੰਦੇ ਉਹਨੂੰ ਤੂੰ ਜਪਣਾ ਹੀ ਨਹੀਂ ਤੇ ਬੰਦਾ ਫਿਰ ਛੁੱਟੇਗਾ ਕਿਵੇਂ, ਬੰਧਨਾਂ ਤੋਂ ਆਜ਼ਾਦ ਕਿਵੇਂ ਹੋਵੇਗਾ, ਕੜੀਆਂ ਤੇ ਜੰਜੀਰਾਂ ਟੁੱਟਣਗੀਆਂ ਕਿਵੇਂ। ਮਹਾਰਾਜ ਕਹਿੰਦੇ ਫਿਰ ਤੇ ਬੜੀ ਮੁਸ਼ਕਲ ਹੈ, ਮੁਕਤੀ ਦਾ ਦਰਵਾਜ਼ਾ ਨਹੀਂ ਪ੍ਰਾਪਤ ਹੋਣਾ। ਹੁਣ ਆਪਾਂ ਕਹੀਏ ਵੀ ਅਸੀਂ ਬੰਧਨਾਂ 'ਚ ਪਏ ਹਾਂ ਤੇ ਕਹਾਂਗੇ ਕਿੱਥੇ ਕੜੀਆਂ ਕਿੱਥੇ ਬੇੜੀਆਂ। ਮਹਾਰਾਜ ਕਹਿੰਦੇ ਤੂੰ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕੰਨਿਆ ਆਦਿ ਪਰਿਵਾਰ ਦੇ ਧਰ ਦੇ ਮੋਹ ਦੇ ਬੰਧਨ 'ਚ ਬੱਝਾ। ਉਹ ਜਿਹੜੀ ਬੰਧਨ ਫਾਹੀ ਜਿਹੜੀ ਹੈ ਨਾ ਉਹ ਮੋਹ ਦੀ ਤੰਦ ਜਿਹੜੀ ਰੱਬ ਨੇ ਤੋੜਨੀ, ਉਹਨੂੰ ਜਪਾਂਗੇ ਤੇ ਮਹਾਰਾਜ ਕਹਿੰਦੇ ਉਹ ਤੇ ਤੂੰ ਭੁਲਾ ਹੀ ਦਿੱਤਾ ਹੈ। ਹਰ ਕਾ ਨਾਮ ਨ ਚੇਤੈ ਪ੍ਰਾਣੀ ਇਹ ਪ੍ਰਾਣੀ ਤੂੰ ਹਰ ਨਾਮ ਨੂੰ ਚੇਤੇ ਨਹੀਂ ਕਰਦਾ। ਉਹ ਇੱਕ ਬਚਨ 'ਚ ਮਹਾਰਾਜ ਨੇ ਕਿਹਾ ਨਾ ਵੀ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ। ਰਹਿਣਾ ਪ੍ਰਾਣੀ ਇੱਕੋ ਨਾਮ ਆਪਣੀ ਪੱਤ ਸੇਤੀ ਘਰ। ਪਰ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਭੁੱਲ ਗਿਓ ਉਸ ਵਾਹਿਗੁਰੂ ਨੇ ਜਿਹਨੇ ਤੈਨੂੰ ਪੈਦਾ ਕਰਕੇ ਸੰਸਾਰ ਤੇ ਜਪਣ ਵਾਸਤੇ ਭੇਜਿਆ ਹੈ। ਵਿਕਲ ਪਿਆ ਸੰਗ ਮਾਇਆ ਮਹਾਰਾਜ ਕਹਿੰਦੇ ਮਾਇਆ ਨਾਲ ਜੁੜ ਕੇ ਤੂੰ ਵਿਆਕੁਲ ਹੋ ਗਿਆ, ਰੱਬ ਨੂੰ ਜਪਿਆ ਹੀ ਨਹੀਂ। ਧਨ ਸੋ ਲੱਤਾ ਜੋਬਨ ਮਤਾ ਜਿਹਦੇ ਕੋਲ 4 ਰੁਪਈਏ ਉਹ ਧਨ 'ਚ ਮਸਤ ਹੈ, ਜਿਹਦੇ ਤੇ ਜਵਾਨੀ ਉਹ ਜੋਬਨ 'ਚ ਮਸਤ ਹੈ। ਪਹਿਲਾ ਜਨਮ ਗਵਾਇਆ ਮਹਾਰਾਜ ਕਹਿੰਦੇ ਇੰਨਾ ਵਿਅਰਥ ਜਨਮ ਸੋਹਣਾ ਸੀ, ਇਹਦੇ ਦਰ ਤੋਂ ਸੁੰਦਰ ਜਨਮ ਜਿਹੜਾ ਵਿਅਰਥ ਗਵਾ ਦਿੱਤਾ। ਸ਼ਬਦ ਸਾਰਿਆਂ ਨੂੰ ਕੰਠ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਜਨਮ ਤੇ ਹੀਰੇ ਵਰਗਾ ਹੀ ਬੇਸ਼ੁਮਾਰ ਕੀਮਤੀ ਗਿਆ ਕੌਡੀ ਦੇ ਬਦਲੇ, ਕਿਉਂਕਿ ਜਪਿਆ ਨਹੀਂ। ਮਹਾਰਾਜ ਕਹਿੰਦੇ ਭਾਈ ਧਨ ਸਿਉ ਰੱਤਾ ਜੋਬਨ ਪਤਾ ਇਹਦਾ ਜਨਮ ਗਵਾਇਆ। ਬਹੁਤ ਸੋਹਣਾ ਹੀਰੇ ਜੈਸਾ ਜਿਹੜਾ ਜਨਮ ਸੀ ਉਹ ਕੌਡੀਆਂ ਦੇ ਭਾਗ ਵਾ ਦਿੱਤਾ ਜੀ। ਧਰਮ ਸੇਵਾ ਪਾਰ ਨਾ ਕਹਿੰਦੇ ਧਰਮੀ ਬਣ ਕੇ ਤੂੰ ਰੱਬ ਨਾਲ ਤੇ ਵਪਾਰ ਕੀਤਾ ਹੀ ਨਹੀਂ। ਅਸੀਂ ਹਰ ਕੇ ਨਾਮ ਕੇ ਵਿਆਪਾਰੀ ਐ, ਹੀਰਾ ਹੱਥ ਚੜਿਆ ਨਿਰਮੂਲਕ ਛੂਟ ਗਈ ਸੰਸਾਰੀ। ਮਰਜ ਕਹਿੰਦੇ ਵਪਾਰ ਕਰਨ ਆਇਆ ਹਮਣ ਜ਼ਿਆਦਾ ਵਪਾਰੀ ਨੂੰ ਕਹਿੰਦੇ ਵਪਾਰ ਤੇ ਤੂੰ ਕੀਤਾ ਹੀ ਨਹੀਂ। ਸਵਾਸਾਂ ਰੂਪੀ ਧਨ ਤੇ ਤੂੰ ਖਰਚਣਾ ਹੈ ਤੇ ਨਾਮ ਅਸੀਂ ਪ੍ਰਾਪਤ ਕਰਨਾ, ਨਾ ਸਵਾਸ ਖਰਚੇ ਵਿਅਰਥ ਚਲੇ ਗਏ। ਜਿਵੇਂ ਕੋਈ ਮਨੁੱਖ ਐਵੇਂ ਆਪਣੇ ਘਰੋਂ ਧਨ ਲੁਟਾਈ ਜਾਏ, ਇਸ ਤਰ੍ਹਾਂ ਅਸੀਂ ਸਵਾਸ ਲੁਟਾ ਰਹੇ ਹਾਂ ਤੇ ਜਦੋਂ ਮੁੱਕ ਕੇ ਖਤਮ ਹੋ ਗਏ ਤੇ ਫਿਰ ਕੀ ਪ੍ਰਾਪਤ ਕਰ ਸਕਦੇ ਹਾਂ। ਕਰਮ ਨਾ ਕੀਤੋ ਮਿੱਤ ਮਹਾਰਾਜ ਕਹਿੰਦੇ ਚੰਗੇ ਕਰਮਾਂ ਨੂੰ ਤੂੰ ਮਿੱਤਰ ਬਣਾਇਆ ਨਹੀਂ। ਸਾਡੇ 3 ਮਿੱਤਰ ਨੇ ਜੀ, ਇੱਕ ਪਰਿਵਾਰ, ਇੱਕ ਧਨ ਤੇ ਇੱਕ ਕਰਮ। ਪਰਿਵਾਰ ਨਾਲ ਸੰਬੰਧ ਉਹਨਾਂ ਚਿਰ ਹੈ ਜਿੰਨਾ ਚਿਰ ਸਰੀਰ 'ਚ ਸਵਾਸ ਚੱਲਦੇ ਹੈ, ਫਿਰ ਤੇ ਉਹਨਾਂ ਨੇ ਗੇੜਾ ਕੱਢ ਕੇ ਘੜਾ ਭੰਨ ਦੇਣਾ ਵੀ ਤੇਰੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਸਾਡੀ। ਪਰਿਵਾਰ ਉਹਨਾਂ ਚਿਰ ਜਿਉਂਦਿਆਂ ਹਾਂ ਧਨ ਜਿਹੜਾ ਸਾਡੇ ਮਰਨ ਤੋਂ ਬਾਅਦ ਵੀ ਕੰਮ ਆ ਜਾਂਦਾ ਹੈ। ਮਾਚਿਸ ਖਰੀਦੀ ਜਾ ਸਕਦੀ ਹੈ, ਸਾਡੇ ਤੇ ਪਾਇਆ ਬਾਲਣ ਜਿਹੜਾ ਹੈ
ਉਹ ਸਾਡੇ ਕਮਾਏ ਰੁਪਈਆਂ ਨਾਲ ਖਰੀਦਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ ਐ ਪਰਿਵਾਰ ਜਿੰਨਾ ਚਿਰ ਜਿਉਂਦੇ ਐ, ਧਨ ਜਿੰਨਾ ਚਿਰ ਸੰਸਕਾਰ ਨਹੀਂ ਹੁੰਦਾ ਹੈ, ਤੇ ਕਰਮ ਸਾਡੇ ਨਾਲ ਜਾਂਦੇ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗ ਆਏ, ਕਰਮਾਂ ਨੇ ਗਵਾਹੀ ਭਰਨੀ ਪਾਈ ਇਹ ਬੰਦਾ ਚੰਗਾ ਹੀ ਕਿ ਮਾੜਾ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਧਰਮ ਦੀ ਹਦੂਰੀ 'ਚ ਚੰਗਿਆਈ ਤੇ ਬੁਰਿਆਈ ਵੇਖੀ ਜਾਣੀ। ਚੰਗੇ ਕਰਮ ਗਵਾਹੀ ਭਰਨ ਕੇ ਅਸੀਂ ਖੜੇ ਐ, ਜੇ ਬੁਰੇ ਨੇ ਭਾਈ ਫਿਰ ਸਜ਼ਾ ਮਿਲਣੀ ਹੈ। ਕਹੁ ਨਾਨਕ ਤੀਜੈ ਪਹਿਲੇ ਪ੍ਰਾਣੀ। ਮਹਾਰਾਜ ਕਹਿੰਦੇ ਪ੍ਰਾਣੀ ਜੀਵਨ ਦੇ ਤੀਜੇ ਪਹਿਰ ਧਨ ਜੋਬਨ ਸੋ ਚਿਤ। ਤੂੰ ਧਨ ਤੇ ਜੋਬਨ 'ਚ ਚਿੱਤ ਲਾ ਕੇ ਬੈਠ ਗਿਓ, ਜਵਾਨੀ 'ਚ ਮਸਤ ਧਨ ਇਕੱਠਾ ਕਰਨ 'ਚ ਲੱਗ ਗਿਓ ਭਾਈ। ਚੌਥਾ ਪਹਿਰੇ ਨੈਣ ਕੈ ਬਣ ਜਾਰੇ ਮਿਤਰਾ। ਜੀਵਨ ਦੇ ਚੌਥੇ ਪੈਰ 'ਚ ਏ ਬਣਜਾਰੇ ਮਿੱਤਰ। ਲਾਵੀ ਆਇਆ ਖੇਤ। ਕਹਿੰਦੇ ਖੇਤ ਨੂੰ ਵੱਢਣ ਲਈ ਲਾਵੀ ਆ ਗਏ। ਲਾਵੀ ਲਾਵੇ ਨੂੰ ਕਹਿੰਦੇ ਆ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਫਸਲ ਪੱਕ ਜਾਂਦੀ ਹੈ ਨਾ ਤੇ ਵੰਗਾਰੇ ਲਿਆਂਦੇ ਜਾਂਦੇ ਆ। ਫਸਲ ਵੱਢਣ ਵਾਲੇ ਨੂੰ ਲਾਵਾ ਕਹਿੰਦੇ ਆ। ਮਹਾਰਾਜ ਕਹਿੰਦੇ ਹੁਣ ਫਸਲ ਪੱਕ ਗਈ, ਭਾਵ ਕੇ ਬਜ਼ੁਰਗ ਹੋ ਗਏ ਅਸੀਂ, ਤੇ ਹੁਣ ਉਹ ਮੌਤ ਰੂਪੀ ਜਿਹੜਾ ਕਾਲ ਰੂਪੀ ਲਾਵਾ ਆਇਆ ਉਹ ਸਾਨੂੰ ਵੱਢਣ ਵਾਸਤੇ। ਅਸੀਂ ਰੱਬ ਦੀ ਖੇਤੀ ਹੈ, ਹਰੀ ਨਾਹੀ ਨਹਿ ਡਟਰੀ ਪੱਕੀ ਵੱਢਣ। ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ। ਕਹਿੰਦੇ ਮਾਲਕ ਲਾਵੇ ਤਿਆਰ ਕਰਕੇ ਦਾਤਰੀਆਂ ਲੈ ਕੇ ਪਹੁੰਚ ਗਿਆ ਕਿ ਹੁਣ ਫਸਲ ਕੱਟ ਦੇਣੀ ਹੈ। ਜਦੋਂ ਫਸਲ ਪੱਕ ਜਾਂਦੀ ਹੈ, ਜਦੋਂ ਕੋਈ ਬਜ਼ੁਰਗ ਹੋ ਜਾਂਦਾ ਫਿਰ ਕਿਹਾ ਜਾਂਦਾ ਬਾਪੂ ਜੀ ਹੁਣ ਤੁਹਾਡਾ ਸਮਾਂ ਆ ਗਿਆ, ਭਾਵ ਕੇ ਫਸਲ ਪੱਕੀ ਹੈ ਹੁਣ ਕੱਟ ਲੈਣੀ ਹੈ। ਲਾਵੇਦਾਰ ਤੇ ਮੌਤ ਦਾ ਫਰਿਸ਼ਤਾ ਅਜ਼ਰਾਈਲ ਇਹਨੂੰ ਇਸਲਾਮ ਧਰਮ ਦੇ ਅੰਦਰ ਕਹਿੰਦੇ ਆ। ਮਹਾਰਾਜ ਕਹਿੰਦੇ ਉਹ ਫਿਰ ਕੱਟਣ ਵਾਸਤੇ ਦਾਤਰ ਲੈ ਕੇ ਆ ਜਾਂਦਾ ਹੈ, ਜਾਂ ਤੇ ਉਹ ਫਿਰ ਸਾਡਾ ਮੱਥਾ ਭੜਕਾਉਂਦਾ ਹੈ ਕਿਸੇ ਗੱਡੀ ਨਾਲ, ਐਕਸੀਡੈਂਟ ਹੁੰਦਾ ਹੈ। ਕਿਸੇ ਵੀ ਤਰੀਕੇ ਨਾਲ ਸਾਨੂੰ ਫਸਲ ਨੂੰ ਦਾਤਰੀ ਨਾਲ ਕੱਟਿਆ ਜਾਂਦਾ ਹੈ। ਸਾਡੀ ਆਤਮਾ ਨੂੰ ਸਰੀਰ ਚੋਂ ਕੱਢਣ ਵਾਸਤੇ ਸਰੀਰ ਨੂੰ ਭੰਨਿਆ ਜਾਂਦਾ ਹੈ। ਉਹ ਜਦੋਂ ਮੌਤ ਰੂਪੀ ਫਰਿਸ਼ਤਾ ਆਉਂਦਾ ਹੈ ਉਹ ਫਿਰ ਭਾਈ ਖੇਤ ਨੂੰ ਕੱਟ ਕੇ ਲੈ ਜਾਂਦਾ ਹੈ। ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ। ਵਣਜਾਰੇ ਮਿੱਤਰ ਜਦੋਂ ਜਮਾਂ ਨੇ ਪਕੜਦੇ ਆਣ ਕੇ। ਮਹਾਰਾਜ ਕਹਿੰਦੇ ਵੈਸੇ ਤੇ ਜਮਾਂ ਨੇ ਕੇਸਾਂ ਤੋਂ ਸਾਨੂੰ ਪਕੜਿਆ, ਧੂ ਕੇ ਲੈ ਜਾਂਦੇ ਨੇ ਸੰਸਾਰ ਤੋਂ ਸਦਾ ਵਾਸਤੇ। ਉਹ ਵਜ਼ਨ ਬਹੁਤ ਵਾਰੀ ਪੜੇ ਜਾਂ ਕਰਜ ਗੁਪਤ ਪੇਸ਼ ਤੋਂ ਦਾਦ ਦਰ ਗੋਸ਼ ਕੁਨ ਕਰਤਾਦ ਹੱਕਾ ਕਬੀਰ। ਕਰੀਬ ਤੂੰ ਬੇਐਬ ਪਰਵਤਗਾਰ ਦੁਨੀਆ ਨੂੰ ਤਾਪੇ ਫਾਨੀ। ਤਹਿਕੀਕ ਦਿਲ ਦਾਤੀ ਬੰਬ ਸਦ ਹੋਏ ਅਜ਼ਰਾਈਲ। ਗਿਰ ਫਤਿਹ ਦਿਲ ਹੇਚ ਨਾ ਦਾਨੀ। ਮੌਤ ਦੇ ਫਰਿਸ਼ਤੇ ਨੇ ਕੇਸਾਂ ਤੋਂ ਪਕੜਿਆ। ਮਹਾਰਾਜ ਕਹਿੰਦੇ ਭਾਈ ਉਹਨੇ ਧੂ ਕੇ ਲੈ ਜਾਣਾ ਹੈ। ਸੈ ਨਾ ਮਿਲਿਆ ਭੇਤ। ਕਹਿੰਦੇ ਫਿਰ ਕਿਸੇ ਨੂੰ ਭੇਦ ਨਹੀਂ ਦਿੰਦਾ, ਮੌਤ ਦੱਸਦੀ ਨਹੀਂ ਹੈ। ਇੱਕ ਤੇ ਹੁੰਦਾ ਵੀ ਪਰਿਵਾਰ ਨੂੰ ਦੱਸੇ ਵੀ ਤੁਹਾਡੇ ਅੱਜ ਇਸ ਜੀਵ ਨੂੰ ਮੈਂ ਲੈ ਜਾਣਾ। ਇੱਕ ਹੁੰਦਾ ਵੀ ਖੁਦ ਬੰਦੇ ਨੂੰ ਪਤਾ ਹੋਵੇ ਮੈਂ ਚਲੇ ਜਾਣਾ। ਮਹਾਰਾਜ ਕਹਿੰਦੇ ਪਰਿਵਾਰ ਰਿਸ਼ਤੇਦਾਰਾਂ ਨੂੰ ਕਿ ਉਹਨੇ ਕੀ ਦੱਸਣਾ ਹੈ, ਖੁਦ ਉਸ ਮਨੁੱਖ ਨੂੰ ਪਤਾ ਨਹੀਂ ਹੁੰਦਾ ਜਿਹਦੀ ਅੱਜ ਮੌਤ ਹੋਣੀ ਹੁੰਦੀ ਹੈ। ਉਸ ਗੱਲ ਤੋਂ ਜਦੋਂ ਕੋਈ ਬਿਮਾਰ ਹੋਵੇ, ਬਹੁਤ ਬਜ਼ੁਰਗ ਹੋਵੇ, ਉਹਨੂੰ ਤੇ ਕਿਤੇ ਨਾ ਕਿਤੇ ਹੁੰਦਾ ਵੀ ਭਾਈ ਮੈਂ ਕਿਤੇ ਆ ਭਾਣਾ ਨਾ ਵਾਪਰ ਜੇ। ਪਰ ਇੱਥੇ ਤੇ ਅਚਾਨਕ ਬਹੁਤ ਸਰੀਰ ਜਾਂਦੇ, ਤੁਰਿਆ ਜਾਂਦਾ ਬੰਦਾ ਚੱਕਰ ਖਾ ਕੇ ਡਿੱਗ ਜਾਂਦਾ, ਮੌਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਭੇਦ ਚੇਤ ਹਰ ਕਿਸੇ ਨਾਲ ਮਿਲਿਓ। ਉਹ ਕਿਸੇ ਨੂੰ ਭੇਦ ਨਹੀਂ ਦਿੰਦਾ। ਅਚਾਨਕ ਮੌਤ ਦਾ ਫਰਿਸ਼ਤਾ ਆਉਂਦਾ ਹੈ, ਉਹ ਕਹਿੰਦਾ ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਗਾਇਆ। ਚੱਲ ਬੰਦਿਆ ਰੱਬੀ ਫੁਰਮਾਨ। ਇੰਨਾ ਵੀ ਬੰਦੇ ਕੋਲ ਸਮਾਂ ਹੁੰਦਾ ਵੀ ਆਪਣੇ ਪਰਿਵਾਰ ਨੂੰ ਦੱਸਦੇ ਭਾਈ ਮੈਂ ਚੱਲਿਆ। ਉਹ ਫਿਰ ਝਪਟਾ ਮਾਰਦੀ ਹੈ ਮੌਤ, ਜਿਵੇਂ ਬਿੱਲਾ ਚੂਹੇ ਨੂੰ ਝਪਟਾ ਮਾਰਦਾ। ਭਗਤ ਕਬੀਰ ਜੀ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ ਜਿਵੇਂ ਬਾਜ ਬਗਲੇ ਨੂੰ ਚੁੱਕ ਕੇ ਲੈ ਜਾਂਦੇ, ਮੌਤ ਇਸ ਤਰ੍ਹਾਂ ਅਚਾਨਕ ਆਉਂਦੀ ਹੈ, ਉਹ ਜੀਵ ਨੂੰ ਸਦਾ ਵਾਸਤੇ ਲੈ ਜਾਂਦੀ ਹੈ। ਜਾ ਜਮ ਪਕੜ ਚਲਾਇਆ। ਜਦੋਂ ਜਮਾਂ ਨੇ ਪਕੜਨਾ ਹੈ ਨਾ, ਕਿਸੇ ਨੂੰ ਭੇਦ ਨਹੀਂ ਮਿਲਣਾ, ਉਹ ਫਿਰ ਪਕੜ ਕੇ ਧੂ ਕੇ ਲੈ ਜਾਂਦੇ ਹਨ। ਰੁਦਨ ਹੁਆ ਦੁਆਲੇ। ਜਦੋਂ ਮੌਤ ਹੋ ਗਈ ਫਿਰ ਝੂਠਾ ਰੁਦਨ ਦੁਆਲੇ, ਝੂਠੀ ਮੂਠੀ ਲੋਕ ਰੋਣ ਲੱਗ ਪੈਂਦੇ ਆ। ਮਹਾਰਾਜ ਨੇ ਤਾਂ ਝੂਠਾ ਕਿਹਾ, ਰੁਦਨ ਹੁਆ ਦੁਆਲੇ ਬੈਠ ਕੇ ਲੋਕ ਭਾਈ ਫਲਾਣਾ ਸਾਡਾ ਬਾਪੂ ਚਲਾ ਗਿਆ, ਸਾਡਾ ਬਾਪੂ। ਤੇ ਕਈ ਤੇ ਮਾਫ ਕਰਨਾ ਅੱਖਾਂ 'ਚ ਸਰੋਂ ਦਾ ਤੇਲ ਪਾ ਕੇ ਰੋਂਦੇ, ਉੱਥੇ ਰੋਣ ਆਉਂਦਾ ਨਹੀਂ ਹੈ, ਤੇਲ ਪਾ ਲੈਂਦੇ ਵੀ ਲੋਕਾਂ ਨੂੰ ਵੇਖਣ ਲੋਕ ਵੀ ਇਹਨੂੰ ਬੜਾ ਦੁੱਖ ਸੀ ਜਾਣ ਵਾਲੇ ਦਾ। ਤੇ ਕਈ ਵਾਰੀ ਉੱਥੇ ਨਾਟਕ ਕਰਦੇ ਆ, ਬੀਬੀਆਂ ਟਰਾਲੀ ਗੱਡੀ 'ਚ ਹੱਸ ਕੇ ਆਉਂਦੀਆਂ, ਜਦੋਂ ਜਾਣਾ ਹੁੰਦਾ ਹੱਸ ਕੇ ਘਰੇ ਵੜਦੀਆਂ, ਜਦੋਂ ਕੋਲ ਜਾਂਦੀਆਂ ਰੋਣ ਲੱਗ ਪੈਂਦੀਆਂ। ਐਕਟਿੰਗ ਕਰਦਾ ਬੰਦਾ, ਦੱਸ ਨਹੀਂ ਇਸ ਵਿਸ਼ੇ ਤੇ ਅੱਗੇ ਇੱਕ ਦਿਨ ਬੇਨਤੀ ਕੀਤੀ, 2 ਮਿੰਟ ਵਿਖਾਵਾ ਕੀਤਾ, ਇੱਕ ਦੂਜੇ ਦੇ ਗੱਲ ਲੱਗੀਆਂ ਭੈਣਾਂ, ਤੇ ਫਿਰ ਹੱਸ ਕੇ ਮੂੰਹ ਜੋੜ ਕੇ ਗੱਲਾਂ ਸਾਹਮਣੇ ਕਿਸੇ ਦੀ ਲਾਸ਼ ਪਈ ਹੁੰਦੀ ਹੈ,
ਤੇ ਹੱਸ ਕੇ ਕੋਈ ਕਹਿੰਦਾ ਵੀ ਐਕਟਿਆ MLA ਨੇ ਬਣ ਜਾਣਾ, ਕੋਈ ਕਹਿੰਦਾ ਫਲਾਣੇ ਨੇ ਬਣ ਜਾਣਾ, ਕੋਈ ਫਲਾਣਾ। ਝੂਠਾ ਦੁੱਧ ਬਹੂਆ ਦੁਆਲਾ ਹੈ, ਕਹਿੰਦੇ ਝੂਠੀ ਭੂਠੀ ਦਾ ਲੋਕ। ਅਸਲ ਵਿੱਚ ਨਾ ਚਲੋ ਕਿਸੇ ਨਾ ਕਿਸੇ ਦਾ ਗਿਆ ਹੁੰਦਾ, ਜਿਸ ਦੇ ਸੰਸਕਾਰ ਤੇ ਅਸੀਂ ਆਪਣੇ ਸਾਰੇ ਉਹਨੂੰ ਨਹੀਂ ਰੋ ਰਹੇ ਹੁੰਦੇ। ਉੱਥੇ ਬਹੁਤੇ ਰੋਣ ਵਾਲੇ ਆਪਣੇ ਆਪ ਨੂੰ ਰੋ ਰਹੇ ਹੁੰਦੇ ਜਿਨ੍ਹਾਂ ਦਾ ਕੋਈ ਵਿਆਹ ਹੁੰਦਾ ਹੈ। ਸਰੀਰ ਕਿਸੇ ਬੋਡੀ ਕਿਸੇ ਹੋਰ ਕੋਲ ਬੈਠੇ ਹੁੰਦੇ ਹੈ, ਰੋ ਕਿਸੇ ਹੋਰ ਨੂੰ ਰਹੇ ਹੁੰਦੇ ਆ। ਚਲੋ ਮਹਾਰਾਜ ਕਹਿੰਦੇ ਝੂਠੀ ਭੂਠੀ ਤੇ ਰੋਣ ਵਾਲੇ ਫਿਰ ਆਣ ਕੇ ਬਹਿ ਜਾਣਗੇ ਜਦੋਂ ਸਰੀਰ ਚੋਂ ਜਿੰਦ ਨਿਕਲ ਜਾਂਦੀ ਹੈ। ਜਿਹਦੇ ਤੋਂ ਬਗੈਰ ਪਰਿਵਾਰ ਬਚਦਾ ਨਹੀਂ, ਇੱਕ ਖਿੜ 'ਚ ਹੀ ਫਿਰ ਪਰਿਵਾਰ ਵਾਸਤੇ ਪਰਾਇਆ, ਸੰਬੰਧੀਆਂ ਵਾਸਤੇ ਪਰਾਇਆ ਹੋ ਜਾਂਦਾ। ਫਿਰ ਮੰਜਾ ਬਿਸਤਰਾ ਤੇ ਜੁੱਤੀ ਗੁਰਦੁਆਰੇ ਭੇਜ ਦਿੰਦੇ ਐ, ਕਹਿੰਦੇ ਬਾਪੂ ਆਉਣਾ ਹੋਇਆ ਨਾ ਆਹ ਘਰ ਨਾ ਆਈ, ਦੁਆਲੇ ਗੇੜਾ ਕੱਢ ਕੇ ਘੜਾ ਭੰਨ ਦਿੰਦੇ, ਤੇਰੇ ਨਾਲ ਕੋਈ ਰਿਸ਼ਤੇਦਾਰੀ ਨਹੀਂ, ਆਉਣਾ ਆ ਤੇਰਾ ਜੋੜਾ ਬਾਪੂ ਹੁਣ ਗੁਰਦੁਆਰੇ ਹੀ ਹੈ, ਤੇਰੇ ਮੰਜਾ ਬਿਸਤਰਾ ਗੁਰਦੁਆਰੇ ਭੇਜ ਦਿੱਤਾ, ਹੁਣ ਤੇਰੇ ਨਾਲ ਕੋਈ ਰਿਸ਼ਤੇਦਾਰੀ ਨਹੀਂ, ਹੁਣ ਕਿਤੇ ਗੇੜਾ ਮਾਰਨਾ ਹੋਇਆ ਤੇ ਗੁਰਦੁਆਰੇ ਹੀ ਆਣ ਕੇ ਮਾਰ ਜੀ, ਹੁਣ ਤੇ ਸਾਨੂੰ ਤੇਰੇ ਸੁਪਨੇ ਤੋਂ ਵੀ ਡਰ ਲੱਗਦਾ ਹੈ। ਸਾਈ ਵਸਤ ਪ੍ਰਾਪਤ ਹੋਏ, ਖੀਰ ਨੂੰ ਉਹ ਵਸਤ ਪ੍ਰਾਪਤ ਹੁੰਦੀ ਹੈ ਜੀ ਜਿਹਦੇ ਨਾਲ ਸਾਰੀ ਜ਼ਿੰਦਗੀ ਹਿੱਤ ਲਾਇਆ। ਜੇ ਮਾਇਆ ਪਿੱਛੇ ਹੀ ਭੱਜਦੇ ਰਹੇ ਤੇ ਖੀਰ ਨੂੰ ਮਾਇਆ ਚੇਤੇ ਆਉਣੀ ਹੈ। ਜੇ ਹੁਣ ਬੱਤੇ ਹਰ ਨਾਮ ਨਾ ਬੀਜੂ, ਅੱਗੇ ਭੁੱਖਾ ਗਿਆ, ਜੇ ਬੱਤਰ 'ਚ ਬੀਜ ਨਹੀਂ ਬੀਜਿਆ ਭੁੱਖੇ ਨੂੰ ਫਿਰ ਖਾਣ ਲਈ ਕੀ ਮਿਲੇਗਾ। ਜੇ ਸਾਰੀ ਜ਼ਿੰਦਗੀ ਜਪਿਆ, ਖੀਰ ਦੇ ਸਮੇਂ ਵੀ ਨਿਤਨੇਮ ਦੇ ਟਾਈਮ ਹੀ ਜਾਵਾਂਗੇ। ਜੇ ਸਾਰੀ ਜ਼ਿੰਦਗੀ ਤੁਸੀਂ ਅੰਮ੍ਰਿਤ ਵੇਲਾ ਸੰਭਾਲਿਆ, ਤੁਸੀਂ ਅੰਮ੍ਰਿਤ ਵੇਲੇ ਸਰੀਰ ਛੱਡੋਗੇ। ਸਾਰੀ ਜ਼ਿੰਦਗੀ ਅੰਮ੍ਰਿਤ ਵੇਲਾ ਸੰਭਾਲਿਆ, ਭਾਵੇਂ ਸ਼ਾਮ ਦਾ ਟਾਈਮ ਹੋਵੇ, ਤੁਹਾਨੂੰ ਅੰਮ੍ਰਿਤ ਵੇਲਾ ਜਾਪੇਗਾ, ਤੁਹਾਡੇ ਤੋਂ ਬਾਣੀ ਨਹੀਂ ਗੁੱਸੇਗੀ, ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਬਾਣੀ ਪੜ੍ਹੀ। ਜੇ ਸਾਰੀ ਜ਼ਿੰਦਗੀ ਧਨ ਪਿੱਛੇ ਦੌੜਦੇ ਰਹੇ, ਖੀਰ ਨੂੰ ਧਨ ਚੇਤੇ ਆਉਣਾ ਹੈ। ਮਹਾਰਾਜ ਕਹਿੰਦੇ ਜਿਹਦੇ ਨਾਲ ਚਿੱਤ ਲਾਇਆ, ਸਾਈ ਵਸਤੀ ਖੀਰ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਕਹਿੰਦੇ ਪ੍ਰਾਣੀ ਜੀਵਨ ਦੇ ਚੌਥੇ ਪਹਿਰ ਅੰਦਰ ਕਹਿੰਦੇ ਲਾਵਾ ਮੌਤ ਦਾ ਫਰਿਸ਼ਤਾ ਆ ਗਿਆ, ਖੇਤ ਵੱਢ ਕੇ ਉਹਨੇ ਲੈ ਜਾਣਾ, ਭਾਵ ਕਿ ਮੌਤ ਆਉਣ ਵਾਲੀ ਹੈ, ਚੌਥਾ ਪਹਿਰ ਆ ਗਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਮੱਸਿਆ ਦੇ ਦਿਹਾੜੇ ਤੇ ਸੰਗਤਾਂ ਵੱਡੀ ਗਿਣਤੀ 'ਚ ਦੂਰੋਂ ਨੇੜਿਓਂ ਹਾਜ਼ਰੀਆਂ ਭਰ ਰਹੀਆਂ। ਸਮੁੱਚੀਆਂ ਸੰਗਤਾਂ ਦਾ ਗੁਰੂ ਘਰ ਦੇ ਪ੍ਰਬੰਧ ਵੱਲੋਂ, ਮੈਦਰ ਸਾਹਿਬ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ, ਰਾਗੀ ਸਿੰਘਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਚਲੋ ਕੁਝ ਬੇਨਤੀਆਂ ਆਪਾਂ ਹੁਕਮਨਾਮਾ ਸਾਹਿਬ ਤੋਂ ਬਾਅਦ ਸਾਂਝੀਆਂ ਕਰਾਂਗੇ। ਆਨੰਦ ਸਾਹਿਬ ਜੀ ਦਾ ਪਾਠ ਗੁਰੂ ਚਰਨਾਂ 'ਚ ਅਰਦਾਸ ਬੇਨਤੀ। ਇਹਨਾਂ ਸਥਾਨਾਂ ਦੀ ਭਾਈ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਚੱਲ ਰਹੀਆਂ ਸੇਵਾਵਾਂ ਚੀਸੇ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਔਰ ਇੱਕ ਹੋਰ ਵਿਸ਼ੇਸ਼ ਬੇਨਤੀ ਭਾਈ, 4 ਸਤੰਬਰ ਨੂੰ ਅਗਲੇ ਐਤਵਾਰ, ਇੱਕ ਤੇ ਐਤਵਾਰ ਕੱਲ੍ਹ ਨੂੰ ਹੈ, ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸਿੱਖ ਕੌਮ ਨੂੰ ਵੱਡੇ ਪੱਧਰ ਤੇ ਪੜਾਉਣਾ ਚਾਹੀਦਾ। ਔਰ ਐਕਟੀ ਕਿਰਪਾ ਹੋਈ ਗੁਰੂ ਘਰ ਵੱਲੋਂ ਔਰ ਗੁਰਮਤਿ ਪ੍ਰਚਾਰ ਰਹਿਰ ਵੱਲੋਂ ਜੋ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ, ਦਸਤਾਰ ਮੁਕਾਬਲਾ ਜਿਹੜਾ ਹੈ ਉਹ 4 ਦਸੰਬਰ ਨੂੰ ਸਾਡੇ ਸਾਹਮਣੇ ਮਾਤਾ ਸਾਹਿਬ ਕੌਰ ਦੀਵਾਨ ਹਾਲ ਦੇ ਅੰਦਰ ਇਹ ਬਹੁਤ ਵੱਡਾ ਸਮਾਗਮ ਜਿਹੜਾ ਹੋਣ ਜਾ ਰਿਹਾ ਹੈ, ਜਿਹਦੇ ਅੰਦਰ 6 ਤੋਂ 12 ਸਾਲ ਦੇ ਬੱਚੇ ਭਾਗ ਲੈ ਸਕਦੇ। ਬਾਣੀਆਂ ਲਿਖੀਆਂ, ਉਹ ਬਾਅਦ ਫਲੈਕਸੀ ਲੱਗੀ ਹੈ ਡਿਊਟੀ ਦੇ ਅੰਦਰ, ਔਰ 12 ਸਾਲ ਤੋਂ 18 ਸਾਲ ਦੇ ਬੱਚੇ ਭਾਗ ਲੈ ਸਕਦੇ ਆ। ਨਿਤਨੇਮ ਦੀਆਂ ਬਾਣੀਆਂ ਉਹਨਾਂ 'ਚ ਦਿੱਤੀਆਂ ਗਈਆਂ ਤੇ ਬੱਚਿਆਂ ਦਾ ਗੁਰੂ ਘਰ ਵੱਲੋਂ, ਸੁਸਾਇਟੀ ਵੱਲੋਂ, ਉਹ ਗੁਰਮਤਿ ਪ੍ਰਚਾਰ ਲਹਿਰ ਵੱਲੋਂ ਵਿਸ਼ੇਸ਼ ਤੌਰ ਤੇ ਨਗਦੀ ਦੇ ਨਾਲ, ਮੈਡਲਾਂ ਦੇ ਨਾਲ, ਦਸਤਾਰਾਂ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਆਪ ਵੀ ਹਾਜ਼ਰੀਆਂ ਭਰੋ ਇਸ ਸਮਾਗਮ ਨੂੰ, ਆਪ ਜੀ ਆਣ ਕੇ ਵੇਖੋ ਔਰ ਬੱਚਿਆਂ ਨੂੰ ਲੈ ਕੇ ਆਓ। ਜਿਹੜਾ ਸੋਹਣੀ ਦਸਤਾਰ ਸਜਾਉਂਦਾ ਹੈ ਜਾਂ ਜਿਹੜਾ ਭਾਈ ਗੁਰਬਾਣੀ 'ਚ ਬੱਚੇ ਨੂੰ ਯਾਦ ਹੈ, ਉਹ ਬੱਚੇ ਵੀ ਲੈ ਕੇ ਆਇਓ। ਬਹੁਤ ਵੱਡੀ ਪੱਧਰ 'ਤੇ ਸਮਾਗਮ ਰੱਖਿਆ ਗਿਆ ਹੈ। ਸਾਰੀਆਂ ਸੰਗਤਾਂ ਸਹਿਯੋਗ ਬਖਸ਼ਿਸ਼ ਕਰੋ। ਵੱਡੀ ਗਿਣਤੀ 'ਚ ਹਾਜ਼ਰੀਆਂ ਭਰ ਕੇ ਆਪਾਂ ਨੇ ਲਾਹੇ ਪ੍ਰਾਪਤ ਕਰਨੇ ਨੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।